ਸਤਿ ਸ਼੍ਰੀ ਅਕਾਲ ਜੀ। ਪੰਜਾਬ ਜੰਕਸ਼ਨ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਮਿਲ USA TV ਦੇ ਉੱਤੇ। ਮੈਂ ਗਗਨਦੀਪ ਸੋਂਧੀ ਤੁਹਾਡੀ ਖidmat ਵਿੱਚ ਹਾਜ਼ਰ ਹਾਂ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਖਬਰਾਂ ਦੀ, ਖਬਰ ਜੰਕਸ਼ਨ ਦੀ, ਤੇ ਫਿਰ ਖਬਰਾਂ ਦੀ ਪੜਤਾਲ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਮੇਰੇ ਨਾਲ ਮੇਰੇ ਸੱਜੇ ਹੱਥ ਬਿਰਾਜਮਾਨ ਨੇ ਸਰਦਾਰ ਨਰਿੰਦਰ ਸਿੰਘ ਸੱਤੀ ਜੀ, ਸੀਨੀਅਰ ਜਰਨਲਿਸਟ ਨੇ। ਸੱਤੀ ਸਾਹਿਬ ਕੀ ਹਾਲ ਚਾਲ ਨੇ? ਜੀ ਬਿਲਕੁਲ ਗਗਨ ਜੀ, ਚੜ੍ਹਦੀ ਕਲਾ ਆ। ਤੁਸੀਂ ਆਪਣਾ ਸੁਣਾਓ ਕਿਦਾਂ? ਮੇਰੇ ਹਾਸੇ ਤੋਂ ਨਹੀਂ ਪਤਾ ਲੱਗਾ ਤੁਹਾਨੂੰ? ਅੱਜ ਮੈਂ ਮੁਬਾਰਕਾਂ ਦੇਣੀਆਂ ਤੁਹਾਨੂੰ। ਸਾਡੇ ਸੀਐਮ ਦਾ ਵਿਆਹ, ਮੈਨੂੰ ਗੋਡੇ ਗੋਡੇ ਚਾਹ ਕਹਿੰਦੀਆਂ ਹੁੰਦੀਆਂ ਨਾ ਬੁੜੀਆਂ ਵੀ, ਹਰਿਆ ਹਰਿਆ ਕਿਆ। ਤੇ ਉਹ ਚਾਹ ਜਿਹੜਾ ਹੈਗਾ ਅੱਜ ਹੈਗਾ ਵੀ ਭਗਵੰਤ ਮਾਨ ਹੁਣਾਂ ਦਾ ਵਿਆਹ ਹੋ ਰਿਹਾ। ਜੀ ਜੀ ਜੀ, ਸੋ ਮੁਬਾਰਕਾਂ ਆਪਾਂ ਦੇ ਦਈਏ ਤੇ ਤੁਹਾਨੂੰ ਵੀ ਮੁਬਾਰਕਾਂ। ਦੇਖੋ ਸਾਡੇ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਵੀ ਜੀ ਤੇ ਤੁਹਾਨੂੰ ਵੀ ਮੁਬਾਰਕਾਂ ਤੇ ਸਾਡੇ ਦਰਸ਼ਕਾਂ ਨੂੰ ਵੀ ਮੁਬਾਰਕਾਂ ਜਿਹੜੇ ਦੇਖ ਰਹੇ ਆ। ਉਹਨਾਂ ਦੇ ਵਿਆਹ ਦਾ ਹੋ ਸਕਦਾ ਗੱਲਬਾਤ ਤਾਂ ਕੁਦਰਤੀ ਆ ਵੀ 2-4 ਮਹੀਨੇ ਪਹਿਲਾਂ ਚੱਲੀ ਹੋਈ, 6 ਮਹੀਨੇ, ਸਾਲ 2 ਸਾਲ, ਹਨਾ ਹੋ ਸਕਦਾ। ਤੇ ਕਿਹਾ ਇਹ ਜਾਂਦਾ ਵੀ ਉਹ 2-4 ਸਾਲਾਂ ਤੋਂ ਇੱਕ ਦੂਜੇ ਦੇ ਸੰਪਰਕ ਵਿੱਚ ਸੀਗੇ ਜੀ। ਤਾਂ ਪਰ ਸੋਸ਼ਲ ਮੀਡੀਆ ਤੇ ਜਿਹੋ ਜਿਹਾ ਹੜ੍ਹ ਆਇਆ ਵਿਚਾਰਾਂ ਦਾ, ਬਿਲਕੁਲ ਮੁਖਤਲਿਫ ਕਿਸਮ ਦੇ ਬਹੁਤੇ ਵਿਰੋਧੀ ਭਾਵਨਾ ਵਾਲੇ, ਬਹੁਤੇ ਮਤਲਬ ਇਸ ਵਿਆਹ ਦੀ ਖਿੱਲੀ ਉਡਾਉਣ ਵਾਲੇ, ਬਿਲਕੁਲ। ਤੇ ਪਰ ਮੈਂ ਵਿੱਚ ਵਿਚਾਲੇ ਦੇਖਦਾ ਭਈ ਬੜੇ ਜਿੱਦਾਂ ਦਾਨਿਸ਼ਵਰਾਂ ਦੇ ਵੀ ਖਿਆਲ ਆਏ ਹੈਗੇ ਆ ਜੀ। ਤੁਸੀਂ ਦੇਖੋ WhatsApp ਖੋਲ੍ਹ ਕੇ ਤੁਸੀਂ ਆਪਣਾ ਜਿਹੜਾ ਖਾਸ ਕਰਕੇ ਜਿਹੜਾ ਆਪਣਾ Facebook ਆ ਉਹਦੇ 'ਤੇ ਕਿਹੋ ਜਿਹੇ ਖਿਆਲ ਆਏ ਨੇ, ਹੈ ਨਾ। ਦੇਖੋ 2000 ਕਹਿੰਦੇ ਆ ਭਈ 15 ਦੇ ਵਿੱਚ ਉਹਨਾਂ ਦਾ ਤਲਾਕ ਜਿਹੜਾ ਆ ਆਪਣੀ ਪਹਿਲੀ ਵਾਈਫ ਦੇ ਨਾਲ ਹੋ ਗਿਆ ਸੀ। ਤਾਂ ਦਿਲਸ਼ਾਨ ਤੇ ਉਹਨਾਂ ਦੀ ਬੇਟੀ ਜਿਹੜੀ ਆ ਉਹ ਇੱਥੇ ਉਹਨਾਂ ਦਾ ਜਦੋਂ ਸਹੁੰ ਚੁੱਕ ਸਮਾਗਮ ਹੁੰਦਾ ਉਦੋਂ ਵੀ ਆਉਂਦੇ ਆ, ਜਦੋਂ ਕੈਬਨਿਟ ਵਜ਼ੀਰ ਸਹੁੰ ਚੁੱਕਦੇ ਆ ਉਸ ਦਿਨ ਵੀ ਹਾਜ਼ਰ ਸੀਗੇ, ਹਨਾ। ਬਿਲਕੁਲ। ਤਾਂ ਦੇਖੋ ਇੱਕ ਤਾਂ ਇਹ ਆ ਭਈ ਹਰ ਬੰਦੇ ਦੀ ਆਪਣੀ ਨਿੱਜੀ ਜ਼ਿੰਦਗੀ ਆ ਜੀ, ਤੇ ਹਰ ਬੰਦੇ ਨੂੰ ਆਪਣੇ ਢੰਗ ਨਾਲ ਜ਼ਿੰਦਗੀ ਜਿਉਣ ਦਾ ਹੱਕ ਹੈ। ਬਿਲਕੁਲ ਹੱਕ ਹੈ। ਜਦੋਂ ਤੱਕ ਤੁਹਾਡਾ ਕੋਈ ਕਾਰਜ ਸਮਾਜ ਲਈ ਘਾਤਕ ਨਾ ਹੋਵੇ ਜਾਂ ਸਮਾਜ ਦੀਆਂ ਜੜ੍ਹਾਂ 'ਚ ਨਾ ਬਹਿੰਦਾ ਹੋਵੇ ਜੀ, ਤਦ ਤੱਕ ਤੁਸੀਂ ਜੋ ਮਰਜ਼ੀ ਕਰੋ। ਬਿਲਕੁਲ ਠੀਕ ਆ। ਤੁਸੀਂ ਚੋਰੀ ਨਹੀਂ ਕਰਨੀ, ਡਾਕੇ ਨਹੀਂ ਮਾਰਨੇ, ਤੁਸੀਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਨਾ। ਤੇ ਜਿਹੜਾ ਵਿਆਹ ਵਾਲਾ ਮਾਮਲਾ ਇਹ ਤਾਂ ਬੰਦੇ ਦਾ ਨਿੱਜੀ ਹੁੰਦਾ, ਹੈ ਨਾ। ਬਿਲਕੁਲ। ਤੇ ਜਿਵੇਂ ਹੁਣ ਗਗਨ ਜੀ ਆਪਾਂ ਦੇਖਦੇ ਹਾਂ ਭਈ ਬਹੁਤ ਸਾਰੇ ਇਸ ਤਰ੍ਹਾਂ ਇਹਦੀ ਭੰਡੀ ਕਰਨ ਵਾਲੇ ਜ਼ਿਆਦਾ ਵਿਚਾਰ ਆਏ, ਬਹੁਤ ਜ਼ਿਆਦਾ ਜਿਹੜੇ ਹੈਗੇ ਆ। ਉਹ ਦੇਖੋ ਮੀਮਸ ਬਣ ਲੱਗ ਪਏ ਆ। ਹਾਂ ਬਿਲਕੁਲ ਬਿਲਕੁਲ। ਭਈ ਦੇਖੋ ਜੀ ਉਹਦੀ ਧੀ ਦੀ ਉਮਰ ਦੀ ਆ, ਉਹ 48 ਸਾਲ ਦਾ, ਉਹ ਮਤਲਬ 28 ਸਾਲਾਂ ਦੀ, 20 ਵਰ੍ਹੇ ਛੋਟੀ ਹੈ। ਪਰ ਇਹਦੇ ਵਿੱਚ ਵਿਚਾਲੇ ਮੈਨੂੰ 2-3 ਜਿਹੜੇ ਵਿਚਾਰ ਮੈਂ ਦੇਖੇ ਆ Facebook ਤੇ ਜੀ ਜੀ, ਉਹਨਾਂ 'ਚ ਇੱਕ ਤਾਂ ਟ੍ਰਿਬਿਊਨ ਤੋਂ ਹਾਂਜੀ ਜਾਣੀ ਕਿ ਪ੍ਰੀਮੈਚੁਰ ਰਿਟਾਇਰਮੈਂਟ, ਉਹਨਾਂ ਨੇ ਵਲੰਟਰੀ ਰਿਟਾਇਰਮੈਂਟ ਲਈ ਆ। ਦਵਿੰਦਰ ਨਾਂ ਦੀ ਕੁੜੀ ਆ, ਬੜਾ ਸ਼ਾਇਸਤਾ ਕੁੜੀ ਹੈ। ਔਰ ਇੱਕ ਉਹਦੇ ਖਿਆਲ ਇੱਕ ਪਰਮਿੰਦਰ ਕੌਰ ਹਾਫੋਰਡ ਇੰਗਲੈਂਡ ਦੇ ਵਿੱਚ ਬੈਠੀ ਆ, ਬਿਲਕੁਲ ਬੈਠੀ ਆ, ਰੇਲਵੇ 'ਚ ਉੱਚੇ ਅਹੁਦੇ ਤੇ ਬੈਠੀ ਆ। ਮੈਂ ਕਿਹਾ ਜੀ ਬੇਦਾਗ ਲਿਖਦੀ ਆ, ਬੇਬਾਕ ਲਿਖਦੀ ਆ, ਔਰ ਬੇਬਾਕ ਲਿਖਦੀ ਆ। ਉਹਦਾ ਤੁਸੀਂ ਕਮੈਂਟ ਪੜੋ, ਹੈ ਨਾ। ਹਾਂਜੀ। ਵੀ ਉਹ ਕਹਿਣ ਦਾ ਭਾਵ ਇਹੀ ਆ ਵੀ ਤੁਸੀਂ ਮਾਮੇ ਲੱਗਦੇ ਆ, ਉਹਦਾ ਨਿੱਜੀ ਜ਼ਿੰਦਗੀ, ਹੈ ਨਾ। ਬਿਲਕੁਲ। ਪਰਮਿੰਦਰ ਕੌਰ ਨੇ ਜਦੋਂ ਖੁਦ ਵਿਆਹ ਕਰਵਾਇਆ ਸੀਗਾ ਇੱਕ ਅੰਗਰੇਜ਼ ਦੇ ਨਾਲ, ਉਸ ਵੇਲੇ ਉਹ ਕਹਿੰਦੀ ਸੀ ਆ ਦੇਖੋ ਮੇਰੇ ਸਰਦਾਰ ਜੀ ਨੇ, ਸਰਦਾਰ ਹੁਣ ਵੀ ਸਰਦਾਰ ਜੀ ਕਹਿੰਦੀ ਆ। ਦੇਖੋ ਹੁਣ ਕਿੰਨਾ ਵਧੀਆ ਜਿਹੜਾ ਹੈਗਾ ਨਾ ਮਾਹੌਲ ਆ। ਔਰ ਉਹਦੇ ਬੱਚੇ ਵੀ ਉੱਚੇ ਅਹੁਦਿਆਂ ਤੇ ਬੈਠੇ ਆ, ਉੱਚੇ ਅਹੁਦਿਆਂ ਤੇ ਬੈਠੇ ਆ, ਹੈ ਨਾ। ਬੇਟਾ ਉਹਦਾ ਬੈਰਿਸਟਰ ਆ, ਦੇਖੋ, ਹੈ ਨਾ ਜੀ। ਤੇ ਇੱਕ ਅਮਰੀਕਾ ਦੇ ਵਿੱਚ ਉੱਚੇ ਅਹੁਦੇ ਤੇ ਬੈਠਾ। ਹਾਂਜੀ। ਔਰ ਵੱਡੀਆਂ ਵੱਡੀਆਂ ਹਸਤੀਆਂ ਵੀ ਉਹਨਾਂ ਨੂੰ ਵਧਾਈਆਂ ਦੇ ਰਹੀਆਂ, ਹੈ ਨਾ। ਤੇ ਇੱਥੇ ਮੀਮਸ ਬਣਦੇ ਆ ਵੀ ਕੰਨਿਆ ਕੁਆਰੀ ਨੂੰ ਨਹੀਂ ਗਾਲ ਕੱਢੀ ਦੀ, ਆਪਣੀ ਵਿਆਹੀ ਨਹੀਂ ਕਦੇ ਦੀ ਛੱਡੀ ਦੀ, ਹੈ ਨਾ। ਬਿਲਕੁਲ। ਇਹ ਵਿਰੋਧੀ ਤੇ ਰਿਹਾ। ਇਹ ਮੈਨੂੰ ਐਂ ਲੱਗਦਾ ਵੀ ਵਿਰੋਧੀ ਧਿਰ ਦਾ ਪ੍ਰਚਾਰ ਹੈਗਾ, ਹੈ ਨਾ, ਕੂੜ ਪ੍ਰਚਾਰ ਹੀ ਮੈਂ ਤਾਂ ਇਹਨੂੰ ਕਹੂੰਗਾ। ਔਰ ਇਹਦੇ ਦੌਰਾਨ ਜਿਹੜਾ ਮਤਲਬ ਤੁਸੀਂ ਕਿਤੇ ਪੜ੍ਹ ਕੇ ਦੇਖੋ ਵੀ ਸਾਹਿਬ ਸਿੰਘ ਆਪਣੇ ਮੰਨੇ ਪ੍ਰਮੰਨੇ ਨਾਟਕਕਾਰ ਆ, ਦੱਬਿਆਂ ਕੁਚਲਿਆਂ ਦੀ ਗੱਲ ਕਰਨ ਵਾਲੇ ਆ, ਸਮਾਜ ਦੇ ਜਿਹੜੇ ਐਬ ਆ ਉਹਨਾਂ ਨੂੰ ਉਭਾਰ ਕੇ ਪੇਸ਼ ਕਰਨ ਵਾਲੇ ਨੇ, ਹੈ ਨਾ। ਸਮਾਜ ਦੀ ਬਿਹਤਰੀ ਲਈ ਸੰਘਰਸ਼ਸ਼ੀਲ ਆ ਸਾਹਿਬ ਸਿੰਘ ਨਾਟਕਕਾਰ, ਹੈ ਨਾ। ਉਹਨਾਂ ਦੀ Facebook ਪੋਸਟ ਕਿਤੇ ਤੁਸੀਂ ਪੜ੍ਹੋ ਤੇ ਆਨੰਦ ਵੱਧਦੇ ਆ ਵੀ ਉਹ ਕਿੱਦਾਂ ਪੇਸ਼ ਕਰਦੇ ਆ, ਹੈ ਨਾ, ਗੱਲਬਾਤ ਨੂੰ। ਉਹ ਕਹਿੰਦੇ ਯਾਰ ਵੀ ਤੁਸੀਂ ਐਡਾ ਬਾਵੇਲਾ ਕਿਉਂ ਖੜਾ ਕਰ ਦਿੱਤਾ ਹੈਗਾ। ਇੱਕ ਬੰਦਾ ਵਿਆਹ ਕਰਾ ਰਿਹਾ, ਤਾਂ ਪਿੱਛੇ ਤੁਸੀਂ ਦੇਖੋ ਪੁਤਿਨ, ਜਿਹੜੇ ਵਲਾਦੀਮੀਰ ਪੁਤਿਨ ਨੇ ਰੂਸ ਵਾਲੇ, ਉਹਨਾਂ ਨੇ ਸ਼ਰੇਆਮ ਐਲਾਨ ਕੀਤਾ ਸੀ ਵੀ ਇੱਕ ਜਿਹੜੀ ਗੋਲਡ ਮੈਡਲਿਸਟ ਓਲੰਪੀਅਨ ਜਿਮਨਾਸਟ ਆ ਉਹ ਉਹਦੇ ਤੋਂ ਅੱਧੀ ਤੋਂ ਵੀ ਘੱਟ ਉਮਰ ਦੀ ਸੀਗੀ ਹਨ। ਉਦੋਂ ਤਾਂ ਕਿਸੇ ਨੇ ਰੌਲਾ ਨਹੀਂ ਪਾਇਆ, ਰੂਸੀ ਸਮਾਜ ਨੇ ਨਹੀਂ ਰੌਲਾ ਪਾਇਆ। ਸਾਡੇ ਮਤਲਬ ਰੌਲਾ ਰੱਪਾ ਛੇਤੀ ਸ਼ੁਰੂ ਹੋ ਜਾਂਦਾ ਹੈਗਾ।
ਜੀ ਬਿਲਕੁਲ, ਮਤਲਬ ਕਿ ਇੱਕ ਬੰਦੇ ਵਿੱਚ ਜਨੂਨ ਹੋਣਾ ਚਾਹੀਦਾ। ਬਿਲਕੁਲ ਖੂਨ ਤਾਂ ਜਿਹੜਾ ਹੈਗਾ ਉਹ ਬੰਦੇ ਦਾ ਲਾਲ ਹੀ ਰਹਿੰਦਾ। ਬਿਲਕੁਲ ਤੇ ਬਾਕੀ ਗੱਲ ਹੁੰਦੀ ਹੈ ਵੀ ਨੰਬਰ ਇੱਕ ਸਿਰਫ ਹੈ ਨਾ, ਕਹਿੰਦੇ ਹੁੰਦੇ ਵੀ ਜਿਹੜੀ ਏਜ ਹੈ ਨਾ, ਉਮਰ ਆ, ਸਿਰਫ ਇੱਕ ਅਕਾਊਂਟਿੰਗ ਨੰਬਰ ਹੈਗੀ ਇਟ ਇਜ਼ ਜਸਟ ਅ ਨੰਬਰ ਹੈ ਨਾ ਇਹ ਕਹਿ ਦਿੰਦੇ ਅੰਗਰੇਜ਼ੀ ਵਿੱਚ। ਹਾਂ, ਕਹਿੰਦੇ ਆ ਭਈ ਉਮਰ ਦਾ ਨਾ ਬਰਿਆਂ ਦੇ ਨਾਲ ਮਤਲਬ ਬੰਦੇ ਦੀ ਕੋਈ ਸੰਬੰਧ ਨਹੀਂ ਹੁੰਦਾ, ਪਤਾ ਹੈ ਸੰਬੰਧ ਨਹੀਂ ਹੁੰਦਾ। ਸੋ ਦੇਖੋ ਭਗਵੰਤ ਮਾਨ ਹੁਣਾਂ ਨੂੰ ਆਪਾਂ ਮੁਬਾਰਕਾਂ ਦਿੰਨੇ ਆ ਬਿਲਕੁਲ, ਇਸ ਗੱਲ ਦੀ ਸਾਨੂੰ ਖੁਸ਼ੀ ਹੈ ਵੀ ਚਲੋ ਉਹਨਾਂ ਦੀ ਨਿੱਜੀ ਜ਼ਿੰਦਗੀ ਆ, ਉਹਨਾਂ ਨੂੰ ਇੱਕ ਵਧੀਆ ਸਾਥੀ ਮਿਲੇ ਔਰ ਇਹ ਸਾਥੀ ਵਧੀਆ ਤਰੀਕੇ ਨਾਲ ਉਹਨਾਂ ਦਾ ਸਾਥ ਦੇਵੇ। ਪੰਜਾਬ ਦਾ ਹੋ ਸਕਦਾ ਜਿਹੜਾ ਹੈਗਾ ਆ ਉਹ ਮੁਕੱਦਰ ਹੋਣ ਸ਼ੁਰੂ ਹੋ ਜਾਏ। ਬਿਲਕੁਲ ਕਈਆਂ ਦੇ ਜਿਹੜੇ ਹੈਗੇ ਉਹ ਪੈਰਾਂ ਦੇ ਭਾਗੇ ਇਦਾਂ ਉਹ ਦੇਖੋ ਜੀ, ਬੰਦਾ ਮੁੱਖ ਮੰਤਰੀ ਆ ਪੰਜਾਬ ਦਾ, ਆਥਣੇ ਆਪਣੇ ਘਰ ਜਾਂਦਾ ਹੋਊਗਾ, ਕੋਈ ਤਾਂ ਉਹਨੂੰ ਘਰ ਮਤਲਬ ਉਹਦਾ ਖੈਰ ਮਕਦਮ ਕਰਨ ਵਾਲਾ ਹੋਵੇ ਨਾ ਹੋਵੇ। ਬਿਲਕੁਲ ਬਿਲਕੁਲ, ਖਾਲੀ ਘਰ ਦਾ ਭਾਂ ਕਰਦੇ ਆ, ਮਤਲਬ ਔਰਤਾਂ ਦੇ ਨਾਲ ਹੀ ਘਰ ਭਰੇ ਭਰਾਏ ਹੁੰਦੇ ਆ ਹਨਾ। ਪਤਨੀ ਦੇ ਚਿਹਰੇ ਤੇ ਜਦ ਮੁਸਕਾਨ ਹੋਵੇ ਤਦ ਆਪਣਾ ਘਰ ਆਪਣਾ ਹੀ ਘਰ ਲੱਗਦਾ ਹੈ, ਅਜੀਤ ਉਹਨਾਂ ਦਾ ਸ਼ੇਰ ਆ। ਤੇ ਉਹ ਮਤਲਬ ਘਰ ਵੀ ਔਰਤਾਂ ਨਾਲ ਹੀ ਜਿਹੜੇ ਆ ਉਹ ਉਹਨਾਂ 'ਚ ਰੌਣਕਾਂ ਲੱਗਦੀਆਂ, ਬੱਚਿਆਂ ਨਾਲ ਹੀ ਰੌਣਕਾਂ ਲੱਗਦੀਆਂ ਹੈਗੀਆਂ। ਬਿਲਕੁਲ, ਤੁਹਾਡੇ ਇਹ ਦਿਲ ਦੀ ਜਿਹੜੀ ਹੈਗੀ ਹੈ ਨਾ ਭਾਵਨਾ, ਉਹ ਮੈਂ ਬੜਾ ਸਤਿਕਾਰ ਕਰਦਾ ਉਹਦਾ। ਬੜੇ ਵਧੀਆ ਤਰੀਕੇ ਨਾਲ ਬਾਹਰ ਨਿਕਲ ਕੇ ਆਈ ਆ ਵੀ ਚਲੋ ਦੇਖੋ, ਅਸੀਂ ਮੁਬਾਰਕਾਂ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਹੈਗੇ ਨੇ ਸੰਜੀਦਾ ਵਿਸ਼ੇ ਆ ਉਹਨਾਂ ਦੇ ਵੱਲ ਆਪਾਂ ਹੁਣ ਕੂਚ ਕਰਦੇ ਹਾਂ। ਕਿਉਂਕਿ ਆਪਾਂ ਜੇ ਸਪਾਈਸ ਜੈਟ ਦੀ ਗੱਲ ਕਰ ਲਈਏ ਤੇ 8 ਘਟਨਾਵਾਂ ਹੁਣ ਤੱਕ ਹੋ ਚੁੱਕੀਆਂ। ਬਿਲਕੁਲ, ਸੋ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਆ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵਿੱਚ ਜਦੋਂ ਜਾਂਦਾ ਪਾਇਲਟ ਵਿੱਚ ਬੈਠਦਾ ਆ, ਉਹਦੇ ਹੱਥ ਦੇ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ। ਸਾਰਿਆਂ ਦੀਆਂ ਜਾਨਾਂ ਹੁੰਦੀਆਂ ਪਿੱਛੇ ਬੈਠਿਆਂ ਦੀਆਂ। ਦੇਖੋ ਤੇ ਕਿੱਦਾਂ ਹੁਣ ਇਹਨੂੰ ਜ਼ਿੰਮੇਵਾਰ ਬਣਾਇਆ ਜਾਵੇ, ਕੌਣ ਜ਼ਿੰਮੇਵਾਰੀ ਲਵੇ ਇਹਦੀ, ਤੇ ਕਿਸ ਤਰੀਕੇ ਨਾਲ ਇਹਦਾ ਸੁਧਾਰ ਹੋ ਸਕਦਾ, ਕੀ ਅਸਾਰ ਨਜ਼ਰ ਆਉਂਦੇ ਆ? ਗੱਲ ਇਹ ਆ ਪਈ DGCA ਨੇ, ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਜੀ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਸਪਾਈਸ ਜੈਟ ਦੀ ਮੈਨੇਜਮੈਂਟ ਨੂੰ ਵੀ 3 ਹਫ਼ਤਿਆਂ ਦੇ ਵਿੱਚ ਨਾ ਜਵਾਬ ਦਿਓ ਇਹਦਾ। ਦੇਖੋ 8 ਘਟਨਾਵਾਂ ਹੋ ਗਈਆਂ, ਕਿਤੇ ਮਤਲਬ ਇੰਜਨ ਫੇਲਰ ਹੋ ਗਿਆ, ਕਿਤੇ ਧੂਆਂ ਮਾਰਦਾ ਜਹਾਜ਼, ਕਿਤੇ ਕੋਈ ਹੋਰ ਘਟਨਾ ਹੋ ਗਈ, ਕਿਤੇ ਪਈ ਫਿਊਲ ਹੀ ਮੁੱਕ ਰਿਹਾ। ਦੇਖੋ ਇੱਕ ਅੱਧੀ ਹੋਵੇ, ਲਗਾਤਾਰ ਜਦੋਂ 8 ਘਟਨਾਵਾਂ ਇਹੋ ਜਿਹੀਆਂ ਵਾਪਰਦੀਆਂ ਜਿਹੜੀਆਂ ਤਕਨੀਕੀ ਨੁਕਸ ਹੋਣ ਤਾਂ ਉਹ ਫੇਰ ਅਲਾਰਮਿੰਗ ਹੁੰਦਾ। ਜਦੋਂ ਜਹਾਜ਼ ਟੇਕ ਆਫ ਕਰ ਲੈਂਦਾ, 에ਅਰਬੋਰਨ ਹੋ ਜਾਂਦਾ, ਤੇ ਸਮਝ ਲਓ ਭਈ ਰੱਬ ਕਰਦੇ ਜਿਹੜੇ ਆ ਲੋਕ ਬੈਠੇ ਹੁੰਦੇ ਆ, ਇੱਧਰ ਚੜਾਉਣ ਆਏ ਵੀ ਜਿਹੜੇ ਆ ਕਿਸੇ ਵੀ ਦੁਨੀਆ ਦੇ ਮਤਲਬ ਹਵਾਈ ਅੱਡੇ ਤੇ, ਉਹ ਵੀ ਰੱਬ ਨੂੰ ਧਿਆਉਂਦੇ ਆ, ਤੇ ਜਿਹੜੇ ਵਿੱਚ ਬੈਠੇ ਆ ਉਹ ਵੀ ਰੱਬ ਨੂੰ ਧਿਆਉਂਦੇ ਆ ਵੀ ਸੁੱਖੀ ਸੰਦੀ ਸਾਡੇ ਬੰਦੇ ਜੋ ਵੀ ਆ ਸੰਬੰਧਿਤ ਰਿਸ਼ਤੇਦਾਰ ਸੱਜਣ ਮਿੱਤਰ ਆਪਣੀ ਮੰਜ਼ਿਲ ਮਕਸੂਦ ਤੇ ਪਹੁੰਚ ਸਕਣ ਨਾ। ਤੇ ਤੁਸੀਂ ਦੇਖੋ ਕਿਤੇ ਮੌਸਮ ਹੀ ਖਰਾਬ ਹੋ ਜਾਵੇ ਨਾ, ਮੰਨ ਲਓ ਹਵਾਈ ਸਫ਼ਰ ਕਰਦਿਆਂ ਕਿਤੇ ਉੱਤੇ ਬੱਦਲ ਹੀ ਜਿਹੜੇ ਆ, ਬੱਦਲਾਂ ਜਹਾਜ਼ ਲੰਘ ਰਿਹਾ, ਮੌਸਮ ਖਰਾਬ ਹੋ ਗਿਆ ਤੇ ਜਹਾਜ਼ ਡੁੱਲਣ ਲੱਗ ਪੈਂਦਾ, ਤਾਂ ਵੀ ਜਾਨ ਜਿਹੜੀ ਆ ਮੁੱਠ 'ਚ ਆ ਜਾਂਦੀ ਆ ਮੁਸਾਫਰਾਂ ਦੀ ਵੀ ਯਾਰ ਉਹਦੇ ਵਿੱਚ ਕਰੜ ਦੀ ਆਵਾਜ਼ ਆਊਗੀ, ਹੋਰ ਤਰ੍ਹਾਂ ਦੀਆਂ ਆਵਾਜ਼ਾਂ ਡਰਾਉਣੀਆਂ ਆਉਂਦੀਆਂ ਹੈਗੀਆਂ ਹਨਾ। ਪਹਿਲਾਂ ਤਰਸਦੇ ਆ ਜਹਾਜ਼ ਵਿੱਚ ਬੈਠੀ, ਉਸ ਤੋਂ ਬਾਅਦ ਵਿੱਚ ਬੈਠ ਕੇ ਡਰ ਲੱਗਦਾ। ਤੇ ਉਹ ਕਈ ਵਾਰੀ ਬਿਲਕੁਲ 에ਅਰਬੋਰਨ ਹੋਇਆ ਜਹਾਜ਼ ਤਾਂ ਸ਼ਾਂਤੀ ਨਾਲ ਜਾ ਰਿਹਾ ਹੁੰਦਾ, ਪਰ ਜਦੋਂ ਮੌਸਮ ਖਰਾਬ ਹੋ ਜਾਂਦਾ ਕਈ ਵਾਰੀ ਉੱਪਰ ਥੱਲੇ ਕਰਦੇ ਆ ਜਹਾਜ਼ ਨੂੰ ਪਾਇਲਟ ਹਨਾ। ਤੇ ਉਹ ਬੜਾ ਮਤਲਬ ਦੇਖੋ ਫੇਰ ਕਿਤੇ ਪੰਛੀ ਵੱਜਣ ਦੀਆਂ ਘਟਨਾਵਾਂ ਆਉਂਦੀਆਂ ਜਹਾਜ਼ਾਂ ਦੇ ਵਿੱਚ ਹਨਾ, ਉਹ ਨੁਕਸਾਨ ਕਰਦੇ ਆ। ਪਰ ਹੁਣ ਜ਼ਿਆਦਾਤਰ ਸਪਾਈਸ ਜੈਟ ਵਿੱਚ ਹੀ ਆ ਰਹੀਆਂ। ਸਪਾਈਸ ਜੈਟ 'ਚ ਹੀ ਆ ਰਹੀਆਂ। ਵੈਸੇ ਸਪਾਈਸ ਜੈਟ ਦੇ ਜੋ ਮੈਂ ਕਈ ਵਾਰੀ ਸਫ਼ਰ ਕੀਤਾ, ਉਹਨਾਂ ਦੇ ਪਾਇਲਟ ਬੜੇ ਕਮਾਲ ਦੇ ਪਾਇਲਟ ਆ। ਲੈਂਡਿੰਗ ਕਈ ਵਾਰੀ ਨਾ ਮਤਲਬ ਜਿਹੜੀ ਲੈਂਡਿੰਗ ਆ ਉਹ ਧੜਮ ਜਹਾਜ਼ ਸੁੱਟਦੇ ਆ ਪਾਇਲਟ। ਅੱਛਾ ਜੀ। ਕਈ ਵਾਰੀ ਲੈਂਡਿੰਗ ਇਦਾਂ ਦੀ ਕਮਾਲ ਦੀ ਹੁੰਦੀ ਵੀ ਤੁਹਾਨੂੰ ਪਤਾ ਨਹੀਂ ਲੱਗਦਾ ਕਦੋਂ ਟੱਚ ਕਰ ਗਿਆ ਜਹਾਜ਼ ਹੈ ਨਾ। ਤੇ ਉਹ ਹੁਣ ਜਦੋਂ ਉੱਪਰੋਂ ਥੜੀ ਇਦਾਂ ਘਟਨਾਵਾਂ ਹੋਣ ਇੰਨੀਆਂ ਹੋਣ, ਪਿੱਛੇ ਜੇ ਇੱਕ ਇੰਟਰਨੈਸ਼ਨਲ ਫਲਾਈਟ ਸੀ, ਕਰਾਚੀ ਉਤਰ ਗਈ ਜਾ ਕੇ, ਉਹਨੂੰ ਲੱਗਿਆ ਪਾਇਲਟ ਨੂੰ ਵੀ ਜਹਾਜ਼ 'ਚ ਤੇਲ ਹੀ ਘੱਟ ਆ। ਜੇ ਕਿਤੇ ਅੱਧ ਵਿਚਾਲੇ ਅਸਮਾਨ ਦੇ ਤੇਲ ਮੁੱਕਿਆ ਹੋਵੇ ਤਾਂ ਕਿੱਦਾਂ ਗਲਾਈਡ ਕਰਾਊਗਾ ਤੇ ਕਿੱਦਾਂ ਜਹਾਜ਼ ਦੀ ਲੈਂਡਿੰਗ ਕਰਾਊਗਾ ਹਨਾ। ਤੇ ਉਹ ਕਰਾਚੀ ਰੁਕਿਆ ਜਹਾਜ਼, ਫਿਰ ਉੱਥੋਂ ਗਾਂ ਤੁਰਦਾ, ਇੱਕ ਕਿਸੇ ਹੋਰ ਕੰਪਨੀ ਦਾ ਸੀਗਾ ਹਨਾ। ਸੋ ਦੇਖੋ ਇੱਕ ਤਾਂ ਜਿਹੜੀ ਓਵਰਹੌਲਿੰਗ ਆ, ਕਦੋਂ ਟਾਇਰ ਬਦਲਨੇ, ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੇ ਚੋਟੀ ਦੇ ਐਰੋਨੌਟਿਕਲ ਇੰਜੀਨੀਅਰ ਰੱਖੇ ਹੁੰਦੇ ਆ ਭਈ ਜਹਾਜ਼ਾਂ ਦੀ ਓਵਰਹੌਲਿੰਗ ਕਦੋਂ ਹੋਣੀ ਆ, ਜਹਾਜ਼ਾਂ ਦੇ ਟਾਇਰ ਕਦੋਂ ਬਦਲਨੇ ਆ ਹਨਾ। ਤਾਂ ਭਾਵੇਂ ਜਹਾਜ਼ ਹਵਾ 'ਚ ਰਹਿੰਦਾ, ਪਰ ਜਦੋਂ ਲੈਂਡਿੰਗ ਹੁੰਦੀ ਆ ਜਾਂ ਜਦੋਂ ਟੇਕ ਆਫ ਕਰਦਾ ਉਦੋਂ ਟਾਇਰਾਂ ਦੇ ਆਸਰੇ ਹੀ ਦੌੜਦਾ ਹੈਗਾ ਹਨਾ। ਤਾਂ ਇਸ ਤਰ੍ਹਾਂ ਇਹ ਜਿਹੜੀਆਂ ਤਕਨੀਕੀ ਖਾਮੀਆਂ ਆ ਉਹਨਾਂ ਦੀ
ਜਹਾਜ਼ਾਂ ਦੀ ਵੇਲੇ ਸਿਰ ਜਾਂਚ ਹੋਵੇ, ਵੇਲੇ ਸਿਰ ਉਹਦੀ ਓਵਰਹੋਲਿੰਗ ਹੋਵੇ ਇੰਜਣਾਂ ਦੀ, ਦੂਸਰਾ ਤੀਸਰਾ। ਔਰ ਇਹ ਜਿਹੜੇ ਇਸ਼ੂਜ਼ ਨੇ ਇਹ these are to be addressed by the company ਹੈ ਨਾ ਜੀ। ਤੇ ਉਹ ਕੰਪਨੀ ਨੂੰ ਕੋਈ ਹੱਕ ਨਹੀਂ ਇੰਨੀਆਂ ਮਹਿੰਗੀਆਂ ਅੱਜ ਕੱਲ੍ਹ ਹਵਾਈ ਟਿਕਟਾਂ ਨੇ ਤੇ ਉਹ ਜਿਹੜਾ ਗਗਨ ਜੀ ਉਹ ਤੁਸੀਂ ਮੁਸਾਫਰਾਂ ਦੀ ਜਾਨ ਨਾਲ ਖਿਲਵਾੜ ਕਰੋ। ਮਤਲਬ ਪੈਸੇ ਦੇ ਕੇ ਪਹਿਲਾਂ ਪੈਸੇ ਵੀ ਦਈਏ ਫਿਰ ਆਪਣੀ ਜਾਨ ਵੀ ਦਈਏ, ਹੈ ਨਾ। ਬਿਲਕੁਲ ਬਿਲਕੁਲ। ਹੁਣ ਤੁਸੀਂ ਦੇਖੋ ਇਹ ਕਿੱਥੇ ਲਿਖਿਆ, ਕਿੱਥੇ ਲਿਖਿਆ ਹੈ ਨਾ ਜੀ। ਸੋ ਇਹ ਜਿਹੜਾ ਹੈ ਨਾ ਇੱਥੇ ਸਪਾਈਸ ਜੈਟ ਦੀ ਜ਼ਿੰਮੇਵਾਰੀ ਬਣਦੀ ਹੈ, ਉਹਨੂੰ ਜ਼ਿੰਮੇਵਾਰ ਹੋਣਾ ਪੈਣਾ, ਉਹਨੂੰ ਜਵਾਬਦੇਹ ਹੋਣਾ ਪੈਣਾ। ਔਰ ਕੱਲੇ ਦਾ ਕੱਲਾ ਸਰਕਾਰ ਨੂੰ ਜਵਾਬਦੇਹ ਨਹੀਂ ਹੋਣਾ ਪੈਣਾ, ਉਹਨੂੰ ਜਵਾਬਦੇਹ ਹੋਣਾ ਪੈਣਾ ਆਮ ਲੋਕਾਂ ਨੂੰ ਜਿਹੜੇ ਉਹਨਾਂ ਉੱਤੇ ਭਰੋਸਾ ਕਰਦੇ ਨੇ। ਇੱਕ ਨਹੀਂ ਤਾਂ ਫਿਰ ਕਹਿੰਦੇ ਹੁੰਦੇ ਨਾ ਵੀ ਜਿੱਦਾਂ ਅਸੀਂ ਆਮ ਤੌਰ ਦੇ ਉੱਤੇ ਕਹਿੰਦੇ ਆ ਨਾ ਬਈ ਜਦੋਂ ਆਮ ਲੋਕੀ ਜਾਗਦੇ ਆ ਤੇ ਫਿਰ ਹੁਕਮਰਾਨਾਂ ਨੂੰ ਭੱਜਣ ਨੂੰ ਜਗ੍ਹਾ ਨਹੀਂ ਲੱਭਦੀ ਹੁੰਦੀ। ਇਸੇ ਤਰ੍ਹਾਂ ਦੇ ਨਾਲ ਇਹ ਕੰਪਨੀ ਵਾਲਿਆਂ ਨੂੰ ਵੀ ਭੱਜਣ ਨੂੰ ਜਗ੍ਹਾ ਨਹੀਂ ਲੱਭਣੀ ਉਸ ਵੇਲੇ ਜਿਸ ਵੇਲੇ ਇਹ ਆਮ ਲੋਕ ਜਾਗ ਪਏ ਵੀ ਭਾਈ ਹੁਣ ਸਾਡੀ ਤੇ ਜਾਨ ਨਾਲ ਹਰ ਵੇਲੇ ਖਿਲਵਾੜ ਹੋ ਰਿਹਾ। ਹੁਣ ਜੇ ਮੈਂ ਅਗਲੀ ਗੱਲ ਕਰਾਂ ਤੇ ਆਪਾਂ ਜੇਬ ਹਲਕੀ ਕਰਨ ਬਾਰੇ ਵੀ ਜਿਹੜੀ ਹੈਗੀ ਉਹ ਗੱਲ ਕਰ ਲੈਣੀ ਅੱਜ। ਉਹ ਗੱਲ ਇਸ ਤਰੀਕੇ ਨਾਲ ਕਰ ਲੈਣੀ ਵੀ ਰਿਸ਼ਵਤਖੋਰੀ ਜਿਹੜੀ ਹੈਗੀ ਨਾ, ਜਿਹਨੂੰ ਆਪਾਂ ਚਾਹੁੰਦੇ ਸੀਗੇ ਵੀ ਮਾਨ ਸਰਕਾਰ ਦੇ ਵਿੱਚ ਰਿਸ਼ਵਤਖੋਰੀ ਉੱਤੇ ਥੋੜੀ ਜਿਹੀ ਨੱਥ ਪੈ ਗਈ ਹੈ ਜੀ, ਪਰ ਕਿਤੇ ਨਾ ਕਿਤੇ ਲੱਗਦਾ ਹੁਣ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਦੀ ਖਬਰ ਆ ਗਈ ਜੀ, ਡੀਐਸਪੀ ਸਾਹਿਬ ਦੀ ਖਬਰ ਆ ਗਈ ਜੀ, ਡੀਆਈਜੀ ਸਾਹਿਬ ਦੀ ਖਬਰ ਆ ਗਈ। ਬਿਲਕੁਲ ਜੀ, ਹੈ ਨਾ। ਹੁਣ ਮੈਂ ਕਿਹਦਾ ਹੁਣ ਨਾ ਮੈਂ ਨਾਂ ਲੈ ਦਵਾਂ ਵੀ ਰਿਸ਼ਵਤਖੋਰੀ ਬਸ ਆਹ ਕੁਛ ਹੀ ਚੱਲੀ ਜਾਂਦਾ ਵੀ ਕਿਤੇ ਜਾ ਕੇ ਕੋ ਮੋੜ ਆਊ ਕਿ ਨਹੀਂ ਆਊ ਅਜੇ ਤੱਕ। ਇੰਦਰਬੀਰ ਸਿੰਘ ਹੋਰੀ ਡੀਆਈਜੀ ਆ ਫਿਰੋਜ਼ਪੁਰ ਰੇਂਜ ਦੇ, ਹਾਂਜੀ। ਲਖਬੀਰ ਸਿੰਘ ਡੀਐਸਪੀ ਹੈ ਨਾ। ਬਿਲਕੁਲ। ਉਹ ਹੁੰਦਾ ਕੀ ਆ ਭਈ ਕੋਈ ਤਸਕਰ ਫੜਦੇ ਆ ਕਹਿੰਦੇ 10 ਲੱਖ ਰੁਪਈਆ, ਦੱਸੋ ਉਹਦੇ ਚੋਂ ਪੌਣੇ 10 ਲੱਖ ਦੀ ਰਿਕਵਰੀ ਵੀ ਹੁੰਦੀ ਆ ਡੀਐਸਪੀ ਕੋਲੋਂ ਜੀ ਜੀ। 3000 ਘੱਟ ਸੌਰੀ ਕਹਿੰਦੇ ਆ ਵੀ 9,97,000 ਰੁਪਈਆ ਅਸੀਂ ਰਿਕਵਰ ਵੀ ਕੀਤਾ ਵਿਜੀਲੈਂਸ ਵਾਲਿਆਂ ਨੇ, ਹੈ ਨਾ ਜੀ। ਔਰ ਵੱਡਾ ਹਿੱਸਾ ਵੈਸੇ ਕਹਿੰਦੇ ਜਿਹੜਾ ਆ ਉਹ ਡੀਆਈਜੀ ਫਿਰੋਜ਼ਪੁਰ ਰੇਂਜ ਨੂੰ ਜਾਂਦਾ, ਇੰਦਰਬੀਰ ਉਹਨਾਂ ਨੂੰ। ਏਡੇ ਅਹੁਦਿਆਂ ਤੇ ਬੈਠੇ ਆ ਜੀ। ਲਖਬੀਰ ਸਿੰਘ ਡੀਐਸਪੀ ਆ, ਉਹ ਡੀਆਈਜੀ ਆ, ਹੈ ਨਾ। ਤੇ ਇੱਕ ਡੀਆਈਜੀ ਦੇ ਅਧੀਨ ਤੁਸੀਂ ਦੇਖੋ ਕਿੰਨੇ ਡੀਐਸਪੀ ਹੁੰਦੇ ਆ, ਬਿਲਕੁਲ, ਕਿੰਨੇ ਐਸਐਸਪੀਜ਼ ਹੁੰਦੇ ਆ ਜੀ ਜੀ। ਤੇ ਇਹਨਾਂ ਅਹੁਦਿਆਂ ਤੇ ਬੈਠ ਕੇ ਵੀ ਜੇ ਇਹਨਾਂ ਦੀ ਭੁੱਖ ਨਹੀਂ ਮਰਦੀ, ਪਹਿਲੀ ਗੱਲ ਤਾਂ ਨਸ਼ਾ ਸਮਗਲਰ ਤੋਂ ਪੈਸੇ ਲਏ। ਅੱਛਾ ਜੀ। ਤੇ ਨਸ਼ਿਆਂ ਨੇ ਕਿੰਨੇ ਘਰ ਖਾਲੀ ਕੀਤੇ ਆ, ਕਿੰਨੇ ਘਰਾਂ 'ਚ ਵੈਣ ਪੈਂਦੇ ਆ ਰੋਜ਼, ਤੇ ਕਿੱਦਾਂ ਡੰਡੀ ਤਰਾ ਜਿਹੜੀ ਨੌਜਵਾਨੀ ਖਾਸ ਕਰਕੇ ਬਾਰਡਰ ਦੇ ਜ਼ਿਲ੍ਹਿਆਂ ਦੀ ਉਹ ਖਤਮ ਹੋਈ ਆ। ਬਿਲਕੁਲ ਜੀ। ਰੋਜ਼ 70 ਉੱਥੇ ਵਿਸ਼ੇ ਹੁੰਦੇ ਆ ਘਰਾਂ ਦੇ ਵਿੱਚ 70। ਤੇ ਇਹਨਾਂ ਲੋਕਾਂ ਨੂੰ ਹਾਲਾਂਕਿ ਜਾਂਚ ਦਾ ਵਿਸ਼ਾ ਆ, ਪਰ ਕੁਛ ਨਾ ਕੁਛ ਤਾਂ ਜੇ ਕਹਿੰਦੇ ਆ ਵੀ ਧੂੰਆਂ ਨਿਕਲਦਾ ਤਾਂ ਕਿਤੇ ਨਾ ਕਿਤੇ ਅੱਗ ਬਲਦੀ ਹੋਣੀ ਆ, ਹੈ ਨਾ। ਹੋਰ ਕਿਸੇ ਨੂੰ ਨਹੀਂ ਫੜ ਕੇ ਅੰਦਰ ਦੇ ਦਿੱਤਾ, ਇਹਨਾਂ ਦਾ ਕਿਤੇ ਨਾ ਕਿਤੇ ਤਾਂ ਕੋਈ ਕਸੂਰ ਹੋਣਾ ਆ ਜਿਹੜੇ ਫੜੇ ਆ, ਹੈ ਨਾ। ਔਰ ਇੰਦਰਬੀਰ ਹੋਰਾਂ ਨੂੰ ਵੀ ਕਹਿੰਦੇ ਪਹਿਲਾਂ ਤਰਨ ਸੱਦਿਆ ਜਾਂਦਾ ਜਾਂਚ ਸੰਬੰਧੀ ਜਾਂ ਜਾਂਚ ਸ਼ਾਮਲ ਕਰਨ ਲਈ, ਉੱਥੇ ਫਿਰ ਗ੍ਰਿਫਤਾਰੀ ਹੁੰਦੀ ਆ, ਹੈ ਨਾ ਜੀ। ਤੇ ਦੂਸਰੀ ਗੱਲ ਇਹ ਆ ਵੀ ਦਿਨੇਸ਼ ਬੱਸੀ ਹੋਰੀ ਅੰਮ੍ਰਿਤਸਰ ਦੇ ਚੇਅਰਮੈਨ ਟਰਸਟ ਦੇ, ਪਹਿਲਾਂ ਤਾਂ ਕਹਿੰਦੇ ਵੀ ਅਲਾਟਮੈਂਟ ਘੱਟ ਰੇਟ ਤੇ ਜਿਹੜਾ ਮਾਰਕੀਟ ਰੇਟ ਆ, ਫਿਰ ਕਲੈਕਟਰ ਰੇਟ ਜਿਹੜਾ ਡੀਸੀ ਨੇ ਮਿੱਥਿਆ ਹੁੰਦਾ ਵੀ ਭਾਈ ਆਹ 1000 ਦਾ 1 ਗਜ਼ ਮੰਨ ਲਓ, ਹੈ ਨਾ ਜੀ ਜੀ, ਉਹਦੇ ਤੋਂ ਕਿਤੇ ਘੱਟ ਤੇ ਰਜਿਸਟਰੀ। ਇਹ ਤੁਸੀਂ ਸਤਿਕਾਰਯੋਗ ਚੇਅਰਮੈਨ ਸਾਹਿਬ ਦੀ ਗੱਲ ਕਰਦੇ? ਚੇਅਰਮੈਨ ਸਾਹਿਬ ਦੀ। ਔਰ ਸਤਿਕਾਰਯੋਗ ਆਪਾਂ ਕੌਮਿਆਂ 'ਚ ਲੈ ਲੈਨੇ ਆ, ਕੌਮਿਆਂ 'ਚ ਇਹੋ ਜਿਹੇ ਲੋਕ ਤਾਂ ਕੌਮਿਆਂ 'ਚ ਸਤਿਕਾਰਯੋਗ ਕਹਿਣ ਵਾਲੇ ਹੁੰਦੇ ਨੇ। ਹਾਂਜੀ। ਔਰ ਉਹਨਾਂ ਦੀ ਗ੍ਰਿਫਤਾਰੀ ਹੋਈ ਆ। ਔਰ ਖਬਰਾਂ ਇਹ ਵੀ ਆਈਆਂ ਵੀ ਤੁਸੀਂ ਦੇਖੋ ਜਲੰਧਰ ਦੇ ਜਿਹੜੇ ਚੇਅਰਮੈਨ ਨੇ, ਅੱਛਾ ਜੀ, ਉਹ ਕਿੰਨੀ ਵਾਰੀ ਉਹਨਾਂ ਦੇ ਵਾਰੰਟ ਨਿਕਲੇ ਆ, ਉਹ ਪੀਓ ਵੀ ਕਰਾਰ ਦੇ ਦਿੱਤੇ ਗਏ ਅਦਾਲਤ ਵੱਲੋਂ, ਤੇ ਕਹਿੰਦੇ ਆ ਵੀ 30-35 ਵਾਰੀ ਦਾ ਵਾਰੰਟ ਹੀ ਨਿਕਲੇ ਆ, ਤੇ ਅੱਜ ਤੱਕ ਗ੍ਰਿਫਤਾਰੀ ਨਹੀਂ ਹੋਈ। ਉਸ ਖਬਰ ਨੂੰ ਲੋਕੀ ਉਹਦੇ ਨਾਲ ਵੀ ਜੋੜ ਕੇ ਦੇਖ ਰਹੇ ਵੀ ਆਲੂਵਾਲੀਆ ਸਾਹਿਬ ਉਹਨਾਂ ਦਾ ਨਾਂ ਪਈ, ਕੱਲ੍ਹ ਨੂੰ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਸਕਦੀ ਆ ਜੇ ਦਿਨੇਸ਼ ਬੱਸੀ ਨੂੰ ਗ੍ਰਿਫਤਾਰ ਕਰ ਸਕਦੇ ਆ। ਇਹਨਾਂ ਲੋਕਾਂ ਨੂੰ ਇਹਨਾਂ ਅਹੁਦਿਆਂ ਤੇ ਬੈਠ ਕੇ ਦੇਖੋ ਇੰਪਰੂਵਮੈਂਟ ਟਰਸਟ ਸਰਕਾਰ ਨੇ ਬਣਾਏ ਆ, ਵੱਡੇ ਸ਼ਹਿਰਾਂ ਦੇ ਵਿੱਚ ਹੀ ਹੈਗੇ ਆ, ਹੈ ਨਾ। ਹਾਂਜੀ। ਅੰਮ੍ਰਿਤਸਰ ਹੋ ਗਿਆ, ਜਲੰਧਰ ਹੋ ਗਿਆ, ਲੁਧਿਆਣਾ ਹੋ ਗਿਆ, ਤੇ ਉਹਨਾਂ ਦੇ ਚੇਅਰਮੈਨ ਕਹਿੰਦੇ ਆ ਵੀ ਦੇਖੋ ਗਗਨ ਜੀ, ਵੱਡੀ ਕੁਰਸੀ ਤੇ ਬੈਠ ਕੇ ਨਾ ਕੁਛ ਤਾਂ ਬੰਦੇ ਨੂੰ ਨਿਆਂਕਾਰੀ ਹੋਣਾ ਚਾਹੀਦਾ, ਕੁਛ ਤਾਂ ਨਿਆਂ ਕਰਨਾ ਚਾਹੀਦਾ। ਤਾਂ ਉਹ ਕਹਿੰਦੇ ਹੁੰਦੇ ਵੀ ਅੰਨਾ ਵੰਡੇ ਸੀਰ ਨਹੀਂ ਮੁੜ ਆਪਣਿਆਂ ਨੂੰ। ਜੇ ਇਹਨਾਂ ਨੇ ਆਪਣਿਆਂ ਨੂੰ ਗੱਫੇ ਦੇਣੇ ਆ, ਆਪਣੇ ਚਹੇਤਿਆਂ ਨੂੰ ਪਲਾਟ ਦੇ ਦਿਓ, ਆਪਣੇ ਚਹੇਤਿਆਂ ਨੂੰ ਸ਼ਾਪ ਕਮ ਫਲੈਟ ਦੇ ਦਿਓ, ਆਪਣੇ ਚਹੇਤਿਆਂ ਨੂੰ ਸ਼ਾਪ ਕਮ ਆਫਿਸਿਸ ਦੇ ਦਿਓ, ਤਾਂ ਫਿਰ ਮਾਤੜ ਤੁਸੀਂ ਅਸੀਂ ਤਾਂ ਵਿਚਾਰੇ ਕਦੋਂ ਆਸ ਰੱਖਾਂਗੇ ਵੀ ਸਾਨੂੰ ਕਿਤੇ ਜਾਂ ਟਰਸਟ ਦਾ ਕੋਈ ਪਲਾਟ ਹੀ
ਸਸਤੇ ਭਾਅ ਮਿਲ ਜੂਗਾ, ਇਦਾਂ ਨਹੀਂ ਸੰਭਵ ਹੈ ਨਾ। ਤੇ ਫਿਰ ਏਡੇ ਏਡੇ ਕਪੜੇ ਕਰਕੇ ਤੁਰੇ ਫਿਰਦੇ ਆ ਹਨਾ। ਅਦਾਲਤਾਂ ਵਾਰੰਟ ਕੱਢਦੀਆਂ, ਉਹ ਮਾਤੜ ਜਿਹੜੇ ਆ ਉਹ ਫੜ ਕੇ ਅੰਦਰ ਦੇ ਦਿੰਦੇ ਆ ਲੋਕ। ਜਿੱਡੀਆਂ ਵੱਡੀਆਂ ਪੋਸਟਾਂ ਦੀ ਆਪਾਂ ਗੱਲ ਕਰੀ ਜਾਂਦੇ ਆ ਰਿਸ਼ਵਤ ਦੇ ਵਿੱਚ, ਤੁਸੀਂ ਦੇਖ ਲਓ ਵੀ ਇੱਕ ਬੰਦਾ ਜਿਹੜਾ ਹੈਗਾ ਤੁਰਿਆ ਜਾਂਦਾ ਸੜਕ ਤੇ ਤੁਰਿਆ ਜਾਂਦਾ ਤੇ ਉਹ ਨਾ 100 ਰੁਪਏ ਦੇ ਵਿੱਚ ਆ ਮੁਲਾਜ਼ਮ ਜਿਹੜਾ ਲੱਖ ਰੁਪਏ ਤਨਖਾਹ ਲੈਂਦਾ ਉਹਨੂੰ ਖਰੀਦ ਕੇ ਉਹ ਜਾਂਦਾ ਮੋਟਰਸਾਈਕਲ ਤੇ ਆਇਆ ਬੰਦਾ। ਹਾਂ ਬਿਲਕੁਲ। ਹੁਣ ਤੁਸੀਂ ਦੱਸੋ ਵੀ ਸਾਡੀ ਬਿਊਰੋਕ੍ਰੇਸੀ ਉੱਥੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ, ਜਿਹੜੀਆਂ ਵੱਡੀਆਂ ਵੱਡੀਆਂ ਕੁਰਸੀਆਂ ਉੱਤੇ ਬੈਠ ਕੇ। ਹੁਣ ਮੈਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦੀ ਗੱਲ ਕਰਾਂ ਤੇ ਉਹਨਾਂ ਦੇ ਵੇਲਿਆਂ ਦੇ ਵਿੱਚ ਕੁਝ ਬੰਦੇ ਜਿਹੜੇ ਹੈਗੇ ਸਸਪੈਂਡ ਕੀਤੇ, ਕੁਝ ਡਿਸਮਿਸ ਕਰਤੇ ਐਸਆਈ ਲੈਵਲ ਦੇ, ਪਰ ਉਸ ਤੋਂ ਬਾਅਦ ਵਿੱਚ ਕੋਈ ਕਾਰਵਾਈ ਨਹੀਂ ਹੋਈ। ਉਹਦਾ ਕਾਰਨ ਕੀ ਸੀਗਾ ਵੀ ਆ ਜਿਵੇਂ ਹੁਣ ਡੀਐਸਪੀ ਡੀਆਈਜੀ ਇਸ ਲੈਵਲ ਦੇ ਬੰਦੇ ਵੀ ਇਸ ਲੈਵਲ ਦੇ ਵਿੱਚ ਆ ਗਏ ਵੀ ਉਹਨਾਂ ਦਾ ਲੈਵਲ ਇੰਨਾ ਜ਼ਿਆਦਾ ਡਿੱਗ ਗਿਆ ਵੀ ਉਹਨਾਂ ਨੂੰ ਰਿਸ਼ਵਤ ਲੈਣੀ ਪੈ ਰਹੀ ਆ। ਹੁਣ ਇਹ ਲੈਣੀ ਪੈ ਰਹੀ ਦੇ ਪਿੱਛੇ ਵੀ ਕੋਈ ਨਾ ਕੋਈ ਤਾਂ ਕਾਰਨ ਹੋਊਗਾ, ਜਾਂ ਫਿਰ ਕੱਲਾ ਲਾਲਚੀ ਆ। ਦੇਖੋ ਲਾਲਚ ਕਿਤੇ ਤਾਂ ਨਿੱਜੀ ਲਾਲਚ ਵੀ ਆ। ਮੈਨੂੰ ਇਹ ਕਿਤੇ ਕਿਤੇ ਤੁਹਾਡੇ ਮਨ ਦੇ ਵਿੱਚ ਇਹ ਨਹੀਂ ਆਉਂਦਾ ਵੀ ਇਹ ਮੰਤਰੀ ਕਿਤੇ ਹਿੱਸਾਪੱਤੀ ਨਾ ਮੰਗਦੇ ਹੋਣ ਇਹਨਾਂ ਤੋਂ? ਮੈਂ ਉਸ ਗੱਲ ਤੇ ਆਪਾਂ ਹੁੰਦੇ ਆ ਗਗਨ ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਆ। ਦੇਖੋ ਹੁਣ ਕੁੰਵਰ ਵਿਜੇ ਪ੍ਰਤਾਪ ਵਰਗੇ ਇਮਾਨਦਾਰ ਅਫਸਰ ਹਾਂਜੀ ਉਹ ਰੌਲਾ ਪਾਉਂਦੇ ਰਹੇ ਹਨਾ, ਆਪਣੇ ਵੇਲੇ ਉਹਨਾਂ ਨੇ ਕਾਰਵਾਈਆਂ ਵੀ ਕੀਤੀਆਂ ਹਨਾ। ਤੇ ਇੱਕ ਵਾਰੀ ਜਿਹੜੇ ਹੁਣ ਤਾਂ ਉਹ ਜਾਣੀ ਕਿ ਰਿਟਾਇਰ ਹੋ ਗਏ ਆ ਉੱਚੇ ਅਹੁਦੇ ਤੋਂ, ਡੀਜੀਪੀ ਰੈਂਕ 'ਚ ਆ ਗਏ ਸੀ, ਤਾਂ ਉਹਨਾਂ ਦੇ ਜਿਹੜਾ ਆਪਣੇ ਨਾ ਉਹ ਐਸਐਸਪੀ ਅਹੁਦੇ ਤੇ ਸੀਗੇ ਉਸ ਵੇਲੇ ਹਨਾ ਜੀ। ਤਾਂ ਕਿਸੇ ਸੀਨੀਅਰ ਨੇ ਕੋਈ ਫੋਨ ਕੀਤਾ ਉਹਨਾਂ ਨੂੰ ਤੇ ਉਹ ਕਹਿੰਦੇ ਆ ਭਈ ਕੋਈ ਫੰਡ ਇਕੱਠਾ ਕਰਨਾ ਸੀ ਕਿਸੇ ਚੀਜ਼ ਲਈ, ਤੇ ਉਹ ਉਹਨਾਂ ਨੂੰ ਜਵਾਬ ਦਿੰਦਾ ਐਸਐਸਪੀ ਜਸਮਿੰਦਰ ਸਿੰਘ ਉਹਨਾਂ ਦਾ ਨਾਮ ਸੀਗਾ ਜੀ, ਤੇ ਬੜੇ ਇਮਾਨਦਾਰ ਅਫਸਰ ਵਜੋਂ ਜਾਣੇ ਜਾਂਦੇ ਸੀਗੇ ਜੀ। ਤਾਂ ਉਸ ਵੇਲੇ ਉਹ ਐਸਐਸਪੀ ਤਰਨਤਾਰਨ ਲੱਗੇ ਹੋਏ ਸੀ। ਜਸਮਿੰਦਰ ਸਿੰਘ ਨੇ ਇਹ ਕਹਿ ਕੇ ਰੱਖ ਦਿੱਤਾ ਵੀ ਮੈਂ ਇਹ ਫੰਡ ਇਕੱਠਾ ਕਰਕੇ ਨਹੀਂ ਦੇ ਸਕਦਾ। ਅੱਛਾ ਜੀ। ਕਿਸੇ ਸੀਨੀਅਰ ਦਾ ਫੋਨ ਆਇਆ ਵੀ ਫਲਾਂ ਚੀਜ਼ ਲਈ, ਠੀਕ ਹੈ। ਉੱਦਾਂ ਦੇ ਅਫਸਰ ਕਿੰਨੇ ਹੋਣਗੇ, ਬੜੇ ਉਂਗਲਾਂ ਤੇ ਗਿਣ ਚੁੱਕੇ ਹਨਾ। ਹਾਂਜੀ। ਤੇ ਜਿੱਥੇ ਮਤਲਬ ਹਮਾਮ 'ਚ ਸਾਰੇ ਨੰਗੇ ਹੋਣ, ਇਮਾਨਦਾਰ ਅਫਸਰ ਲੱਭਣੇ ਵੀ ਔਖੇ ਹੋ ਜਾਂਦੇ ਆ, ਬਹੁਤ ਔਖੇ ਹੁੰਦੇ। ਤਾਂ ਦੂਸਰੀ ਗੱਲ ਇਹ ਜਿਹੜੀ ਤੁਸੀਂ ਕਹਿੰਦੇ ਆ ਵੀ ਕਿਤੇ ਦਬਾਅ ਹੁੰਦਾ ਕਿਤੇ ਉੱਤੇ। ਹੁਣ ਤਹਿਸੀਲਦਾਰ ਆਮ ਹੀ ਸਾਰੀ ਦੁਨੀਆ ਨੂੰ ਪਤਾ ਵੀ ਤਹਿਸੀਲਦਾਰ ਕਿੱਦਾਂ ਲੱਗਦੇ ਆ। ਹਾਂਜੀ ਠੀਕ ਆ। ਕਿੱਦਾਂ ਜਿਹੜੇ ਮੰਤਰੀ ਮਾਲ ਮਹਿਕਮੇ ਦੇ ਮੰਤਰੀ ਆ ਉਹ ਕਿੱਦਾਂ ਚਮਦੀਆਂ ਚਲਾਉਂਦੇ ਆ। ਤਾਂ ਜਿਹੜੇ ਖਾਸ ਕਰਕੇ ਦੁਆਬੇ ਦੇ ਜ਼ਿਲ੍ਹੇ ਹੋ ਗਏ ਖਾਸ, ਉਹਨਾਂ 'ਚ ਵੀ ਗਾਂ ਤੁਸੀਂ ਦੇਖੋ ਫਲੌਰ, ਫਗਵਾੜਾ, ਬੰਗਾ, ਨਵਾਂ ਸ਼ਹਿਰ, ਜਿੱਥੇ ਲੋਕ ਐਨਆਰਆਈ ਬੈਲਟ ਸਭ ਤੋਂ ਜ਼ਿਆਦਾ ਹੈ। ਜਿੱਥੇ ਕਿਸੇ ਦਾ ਹੱਥ ਪੈਂਦਾ ਆ ਸੱਤੀ ਜੀ ਉੱਥੇ ਪਾਈ ਜਾਂਦਾ ਬੰਦਾ, ਉੱਥੇ ਪਾਈ ਜਾਂਦਾ। ਜਿੱਦਾਂ ਨਾ ਸਕੂਲੋਂ ਉਹਨਾਂ ਨੇ ਕਿਤੇ ਗਰੁੱਪ ਫੋਟੋ ਖਿਚਾਈ, ਖਿਚਾ ਕੇ ਤੇ ਇਹ ਕਿਹਾ ਵੀ ਬੱਚਿਓ ਤੁਸੀਂ ਘਰੋਂ ਨਾ ਇਦਾਂ ਕਰਿਓ ਵੀ 30-30 ਰੁਪਏ ਲੈ ਆਉਣੇ ਆ। ਬਿਲਕੁਲ। ਘਰ ਜਾ ਕੇ ਉਹ ਨਿਆਣਾ ਕਹਿੰਦਾ ਬੀਬੀ ਉਹ 50-50 ਰੁਪਏ ਮੰਗਦੇ ਸੀਗੇ ਹੈਨਾ, ਤੇ ਉਹ ਜਿਹੜੀ ਉਹਦੀ ਮੰਮੀ ਸੀਗੀ ਉਹਨੇ ਉਹਦੇ ਡੈਡੀ ਨੂੰ ਕਿਹਾ ਉਹ 100 ਰੁਪਈਆ ਉਹਨਾਂ ਦੀ ਨਾ ਉਹ ਦਿਓ ਤਾਂ ਮੈਂ ਉਹ ਫੋਟੋ ਖਿਚਾਉਣ ਵਾਸਤੇ ਦੇਣਾ ਹੈ ਨਾ, ਉਹ ਨਿਆਣੇ ਦੀ ਫੋਟੋ ਆਈ ਹੈ। ਹੁਣ ਕਿੱਥੋਂ 30 ਸ਼ੁਰੂ ਹੋਏ ਆ, ਉਸ ਤੋਂ ਬਾਅਦ ਵਿੱਚ ਬੱਚੇ ਨੇ ਉਹਦੇ ਵਿੱਚ 20 ਆਪਣੇ ਐਡ ਕੀਤੇ ਆ, ਮਾਂ ਨੇ ਆਪਣੇ 50 ਰੱਖ ਲਏ। ਬਿਲਕੁਲ। ਉਹ ਰਿਸ਼ਵਤਖੋਰੀਆਂ ਤਾਂ ਸਾਡੀਆਂ ਘਰੋਂ ਹੀ ਔਰ ਹੋਰ ਤੁਸੀਂ ਦੇਖੋ ਜਵਾਨੀ ਪੱਤੀ ਕਿਤੇ ਨਾ ਕਿਤੇ ਮੰਤਰੀ ਜਾਂਦੀ ਹੈ। ਔਰ ਸ਼ਾਇਦ ਆ ਜਿਹੜੀ ਸਰਕਾਰ ਆ ਇਹਦੇ ਤੋਂ ਲੋਕ ਤਵੱਕੋ ਕਰਦੇ ਆ ਵੀ ਸ਼ਾਇਦ ਇਹ ਸਾਰਾ ਕੁਝ ਬੰਦ ਹੋ ਜਵੇ ਹੈ ਨਾ। ਅੱਧੀ ਰਾਤ ਨੂੰ ਜਾਗਦੇ ਵੀ ਤਾਂ ਹੈਗੇ, ਅੱਧੀ ਰਾਤ ਨੂੰ ਜਾਗਦੇ। ਅਗਲੀ ਗੱਲ ਪਈ ਜਲੰਧਰ ਡਿਵੀਜ਼ਨ ਦਾ ਇੱਕ ਆਰਟੀਏ, ਹਾਂਜੀ ਆਹ ਸੈਕਟਰੀ 2 ਆਰਟੀਏ ਆਪਾਂ ਕਹਿੰਦੇ ਆ, ਆਰਟੀਏ ਕਹਿ ਦਿੰਦੇ ਆ ਹਨਾ, ਰੀਜਨਲ ਟਰਾਂਸਪੋਰਟ ਅਥਾਰਟੀ ਜੀ। ਭਈ ਆਥਣੇ ਉਹਨੂੰ ਮਤਲਬ ਆਪਣੇ ਘਰ ਬੈਠਾ ਰਿਲੈਕਸ ਕਰ ਰਿਹਾ, ਉੱਤੋਂ ਫੋਨ ਆਉਂਦਾ ਵੀ ਕੱਲ ਨੂੰ ਢਿਮਕਾ ਸੀਨੀਅਰ ਆ ਰਿਹਾ ਤੇ ਇੰਨੇ ਪੈਸੇ ਇਕੱਠੇ ਕਰੋ। ਅੱਛਾ ਜੀ। ਉਹ ਇੱਕ ਅੱਧਾ ਉਹਦਾ ਪੈਗ ਵੀ ਲਗਾਇਆ ਹਨਾ। ਹਾਂਜੀ। ਤੇ ਮੈਂ ਕੋਲ ਬੈਠਾ, ਉਹ ਬੰਦੇ ਦੀ ਸਾਰੀ ਜਿਹੜੀ ਆ ਹਰਨ ਹੋ ਜਾਂਦੀ ਆ, ਪੀਤੀ ਖਾਧੀ ਲੱਥ ਜਾਂਦੀ ਆ, ਔਰ ਉਹਨੇ ਸਾਰੀ ਰਾਤ ਨਾਕਾ ਲਾ ਕੇ ਰੱਖਣਾ ਕਿਤੇ ਨਾ ਕਿਤੇ ਹਨਾ। ਸਵੇਰ ਤੱਕ ਉਹਨੇ ਲੁੱਟ ਮਾਰ ਕਰਨੀ ਆ, ਉਹ ਆਪਣਾ ਵੀ ਹਿੱਸਾ ਪੱਤੀ ਰੱਖੂ। ਬਿਲਕੁਲ। ਤੇ ਫਿਰ ਉਹ ਉੱਪਰ ਵਾਲੇ ਨੂੰ ਦਊ। ਇਹ ਸੱਤੀ ਸਾਹਿਬ ਇਹ ਨੱਥ ਪਾਉਣੀ ਪੈਣੀ ਸਾਡੀ ਸਰਕਾਰ ਨੂੰ। ਜੇ ਇਸ ਨੱਥ ਨਾ ਪਾਈ ਇਹਦੀਆਂ ਜੜ੍ਹਾਂ ਜਿਹੜੀਆਂ ਨੇ ਨਾ ਇਹ ਬਹੁਤ ਦੂਰ ਤੱਕ ਆ, ਬੋਰਡ ਦੇ ਵਾਂਗੂ ਡੂੰਘੀਆਂ ਹੋ ਚੁੱਕੀਆਂ। ਆਮ ਕਿਸੇ ਆਮ ਬੰਦਿਆਂ ਦੀਆਂ ਜਿਹੜੀਆਂ ਲੇਡੀ ਪੁਲਿਸ ਦੇ ਵਿੱਚ ਮੁਲਾਜ਼ਮਾਂ ਦਾਖਲ ਹੁੰਦੀਆਂ ਨੇ, ਮਤਲਬ ਭਰਤੀ ਹੁੰਦੀਆਂ ਨੇ, ਉਹ ਕਹਿੰਦੇ ਨੇ ਕਿ ਜਦੋਂ ਨਾ ਤੁਹਾਡੀ ਅਸੀਂ ਡਿਊਟੀ ਫਲਾਣੀ ਜਗ੍ਹਾ ਉੱਤੇ ਲਾਵਾਂਗੇ ਤੇ ਫਿਰ ਉਹ ਇਹਨਾਂ ਜਨਾਨੀਆਂ ਦਾ ਜਾਂ ਫਿਰ ਪੁਲਿਸ ਮੁਲਾਜ਼ਮ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਇਹਨਾਂ ਦਾ ਸ਼ੋਸ਼ਣ ਵੀ ਕੀਤਾ ਜਾਂਦਾ। ਬਿਲਕੁਲ। ਉਹਨੂੰ ਵਿਚਾਰੀਆਂ ਚੁੱਪ ਰਹਿੰਦੀਆਂ, ਚੁੱਪ ਵੀ ਰਹਿੰਦੀਆਂ
ਜੇ ਕਿਤੇ ਫਰਿਆਦ ਕਰਦੀਆਂ ਸੁਣਵਾਈ ਨਹੀਂ ਹੁੰਦੀ ਹੈ ਨਾ। ਸੋ ਇਹਨਾਂ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਨੱਥ ਪਾਉਣੀ ਚਾਹੀਦੀ ਆ, ਸ਼ਿਕੰਜਾ ਕੱਸਣਾ ਪੈਣਾ। ਹਾਂ, ਚਾਹੇ ਉਹ ਕੋਈ ਡੀਐਸਪੀ ਹੋਵੇ, ਚਾਹੇ ਕੋਈ ਡੀਆਈਜੀ ਹੋਵੇ, ਜੋ ਵੀ ਹੋਵੇ, ਜਾਂ ਤਾਂ ਕੱਢ ਕੇ ਬਾਹਰ ਮਾਰੋ ਤੇ ਉਹਦੇ ਉੱਤੇ ਕੇਸ ਕਰਕੇ ਉਹਨੂੰ ਭੇਜੋ ਜੇਲ੍ਹ, ਉਹਨੂੰ ਪਤਾ ਲੱਗੇ। ਇਹ ਨਹੀਂ ਵੀ ਸਸਪੈਂਡ ਕਰ ਦਿੱਤਾ, ਘਰ ਬਿਠਾ ਕੇ ਤਾਂ ਉਹਨੂੰ ਅੱਧੀ ਤਨਖਾਹ ਦੇਈ ਜਾਓ ਵੀ ਹੈੱਡਕੁਆਟਰ ਰਿਪੋਰਟ ਕਰਨੀ ਤੂੰ। ਇਦਾਂ ਦੀਆਂ ਚੀਜ਼ਾਂ ਨਹੀਂ। ਔਰ ਗਗਨ ਜੀ ਇੱਕ ਇਹ ਵੀ ਆ ਭਈ ਕੱਲ ਨੂੰ ਕਿਸੇ ਮੰਤਰੀ ਨੇ ਆਉਣਾ, ਤਹਿਸੀਲਦਾਰਾਂ ਨੂੰ ਵਕਤ ਪਿਆ ਹੁੰਦਾ ਵੀ ਉਹਦੀ ਜਿਹੜੀ ਪ੍ਰਾਹੁਣਚਾਰੀ ਲਈ, ਹਸਪੀਟੈਲਿਟੀ ਲਈ, ਹੈ ਨਾ, ਉਹ ਕਿੱਥੋਂ ਪੈਸਾ ਕੱਢਣਗੇ? ਜਾਂ ਤਾਂ ਆਪਣੀ ਜੇਬ ਚੋਂ ਕੱਢਣਗੇ, ਜਾਂ ਫਿਰ ਰਜਿਸਟਰੀ ਜਿਹੜੀ ਕਰਾਉਣ ਦੇ ਉਹਨਾਂ ਦੀ ਖੱਲ ਲਾਉਣ। ਮੰਤਰੀਆਂ ਨੂੰ ਵੀਆਈਪੀ ਸਿਸਟਮ ਆਪਣਾ ਬੰਦ ਕਰਨਾ ਪੈਣਾ। ਹਾਂ, ਤੇ ਹੁਣ ਆਪਾਂ ਥੋੜਾ ਨੈਸ਼ਨਲ ਲੈਵਲ ਤੇ ਚੱਲੀਏ ਜੀ। ਹੋਰ ਕੀ ਜੀ, ਬਥੇਰੀਆਂ ਗੱਲਾਂ ਹੁਣ ਥੱਲੇ ਵਾਲੀਆਂ ਹੋ ਗਈਆਂ। ਹੁਣ ਤੁਸੀਂ ਦੱਸੋ, ਜੇ ਨੂਪੁਰ ਸ਼ਰਮਾ ਜਿਹੜੀ ਹੈ, ਜਿਸ ਦਿਨ ਉਹਨੇ ਟੈਲੀਵਿਜ਼ਨ ਦੇ ਉੱਤੇ ਬੈਠ ਕੇ ਇੱਕ ਬਿਆਨ ਦਿੱਤਾ ਪ੍ਰੋਫੈਟ ਮੁਹੰਮਦ ਜੀ ਦੇ ਖਿਲਾਫ ਦੇ ਦਿੱਤਾ ਤੇ ਮੁਸਲਿਮ ਭਾਈਚਾਰੇ ਨੂੰ ਪਸੰਦ ਨਹੀਂ ਆਇਆ, ਉਸ ਤੋਂ ਬਾਅਦ ਵਿੱਚ ਕਿੰਨਾ ਕੁਝ ਹੋਇਆ। ਬਿਲਕੁਲ, ਕਿੰਨੇ ਜਿਹੜੇ ਹੈਗੇ ਆ ਉਹ ਸਾਡੇ ਮੁਸਲਿਮ ਭਰਾ ਸੜਕਾਂ ਉੱਤੇ ਆ ਗਏ, ਕਿੰਨੀ ਪੱਥਰਬਾਜ਼ੀ ਹੋਈ ਆ, ਕਿੰਨਾ ਲਾਠੀ ਚਾਰਜ ਹੋਇਆ, ਸਾਰਾ ਕੁਝ ਹੋ ਗਿਆ। ਉਸ ਵੇਲੇ ਸਾਡੀ ਨਿਆਂਪਾਲਿਕਾ ਸੁੱਤੀ ਹੋਈ ਆ, ਜੱਜ ਵੀ ਦੇਖਦਾ ਟੀਵੀ। ਉਹ ਗਰੁੱਪ ਆਫ ਇਸਲਾਮਿਕ ਕੰਟਰੀਜ਼ 32-35 ਦੇਸ਼ ਆਪਣੇ ਖਿਲਾਫ ਉੱਠ ਕੇ ਖੜੇ ਹੋ ਗਏ। ਬਿਲਕੁਲ ਜੀ, ਜਦੋਂ 42 ਜਿਹੜੇ ਹੈਗੇ ਉਹ ਦੇਸ਼ ਸਾਡੇ ਖਿਲਾਫ ਉੱਠ ਕੇ ਬੋਲਣਾ ਸ਼ੁਰੂ ਕਰ ਦਿੱਤਾ, ਮੋਦੀ ਸਾਹਿਬ ਦੇ ਮੂੰਹ ਦੇ ਵਿੱਚੋਂ ਇੱਕ ਲਫ਼ਜ਼ ਨਹੀਂ ਨਿਕਲਿਆ। ਫਿਰ ਨੂਪੁਰ ਸ਼ਰਮਾ ਦੇ ਬਿਆਨ ਦੇ ਉੱਤੇ ਮੈਨੂੰ ਲੱਗਦਾ ਆ ਵੀ ਇੱਥੇ ਕਹਿਣਾ ਕੋਈ ਅਤਕਥਨੀ ਨਹੀਂ ਹੋਊਗਾ, ਟੀਵੀ ਤਾਂ ਜੱਜ ਦੇ ਘਰ ਵੀ ਲਗਾਇਆ, ਵਕੀਲਾਂ ਦੇ ਘਰ ਵੀ ਲਗਾਇਆ, ਅਟਾਰਨੀ ਜਨਰਲ ਦੇ ਘਰ ਵੀ ਲਗਾਇਆ। ਜੇ ਕਿਤੇ ਉਹ ਵੀ ਦੇਖਦੇ ਹੋਣਗੇ, ਉਹਨਾਂ ਨੂੰ ਵੀ ਤਾਂ ਪਤਾ ਲੱਗਦਾ ਹੀ ਹੋਊਗਾ ਵੀ ਸਾਡੇ ਦੇਸ਼ ਦੇ ਵਿੱਚ ਅਰਾਜਕਤਾ ਫੈਲ ਰਹੀ ਆ। ਕਿਸੇ ਨੇ ਕੋਈ ਕੰਮ ਨਹੀਂ ਕੀਤਾ, ਕੋਈ ਕੁਛ ਨਹੀਂ ਕੀਤਾ। ਮਸਲਾ ਚੱਲਦਾ ਮਹੂਆ ਮੋਇਤਰਾ ਤੱਕ ਜਾ ਪਹੁੰਚਿਆ, ਕਿਉਂਕਿ ਹੁਣ ਰੰਗਤ ਇੱਥੇ ਭਾਰਤ ਦੇ ਵਿੱਚ ਇੱਕ ਧਾਰਮਿਕ ਦਿੱਤੀ ਜਾ ਰਹੀ ਆ। ਹੁਣ ਤੁਸੀਂ ਦੱਸੋ ਸੱਤੀ ਸਾਹਿਬ, ਜੇ ਆਪਾਂ ਤਿੰਨਾਂ ਚੀਜ਼ਾਂ ਨੂੰ ਇਕੱਠੇ ਕਰ ਲਈਏ, ਇੱਕ ਪਾਸੇ ਮਹੂਆ ਮੋਇਤਰਾ ਹੋ ਗਿਆ, ਦੂਸਰੇ ਪਾਸੇ ਨੂਪੁਰ ਸ਼ਰਮਾ ਹੋ ਗਈ, ਤੇ ਤੀਸਰੇ ਪਾਸੇ ਇਸਲਾਮਿਕ ਕੰਟਰੀਜ਼ ਦਾ ਇੱਕ ਉਹ ਏਜੰਡਾ ਜਿਹੜਾ ਕਿ ਉਹ ਲੈ ਕੇ ਬੈਠੇ ਆ, ਭਾਈ ਅਸੀਂ ਭਾਰਤ ਦੇ ਖਿਲਾਫ ਸੀਗੇ ਤਾਂ ਹੁਣ ਹੈਗੇ ਆ, ਲਓ ਹੁਣ ਲਾ ਲਓ ਜ਼ੋਰ। ਇਹਨੂੰ ਤੁਸੀਂ ਕਿੱਦਾਂ ਦੇਖੋਗੇ ਵੀ ਇਹ ਹੁਣ ਹੱਲ ਹੋ ਸਕਦਾ? ਕਿਸੇ ਪਾਸੇ ਗੱਲ ਨਿਬੜਦੀ ਕਿ ਨਹੀਂ ਨਿਬੜਦੀ? ਜੋ ਗੱਲ ਹੈ ਨਾ ਭਈ, ਇੱਕ ਤਾਂ ਮਹੂਆ ਮਿੱਤਰਾ ਦੇ ਖਿਲਾਫ ਤਾਂ ਪਰਚੇ ਦਰਜ ਕਰਨ ਨੂੰ ਬੜੀ ਫੌਰੀ ਐਕਸ਼ਨ ਲਿਆ। ਹਾਂਜੀ, ਜ਼ੁਬੈਰ ਅਹਿਮਦ ਜਿਹੜਾ ਆਲਟ ਨਿਊਜ਼ ਵਾਲਾ ਹੈ ਨਾ, ਜਿਹੜਾ ਫੇਕ ਨਿਊਜ਼ ਨੰਗੀਆਂ ਕਰਦਾ ਸੀਗਾ ਵੀ ਆ ਕਿੱਦਾਂ ਜਿਹੜਾ ਭਾਜਪਾ ਦਾ ਆਈਟੀ ਵਿੰਗ ਆ ਕੀ ਕਰ ਰਿਹਾ ਹੈਗਾ, ਹੈ ਨਾ, ਉਹ 18 ਦਾ ਕਿਤੇ ਕੋਈ ਮਸਲਾ, ਮਤਲਬ ਉਹ ਵੀ ਕਿਸੇ ਫਿਲਮ ਦੇ ਪੋਸਟਰ ਦਾ ਸ਼ਾਟ ਸੀਗਾ। ਉਹਨੇ ਆਪਣੇ ਵੱਲੋਂ ਕੁਝ ਨਹੀਂ ਦਿੱਤਾ, ਕਿਸੇ ਫਿਲਮ ਦੇ ਪੋਸਟਰ ਦਾ ਸ਼ਾਟ, ਵੀ ਉਹ 18 ਦਾ ਕੋਈ ਟਵੀਟ ਹੁਣ 22 ਚ ਕੱਢ ਕੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ, ਹੈ ਨਾ। ਉਸ ਤੋਂ ਬਾਅਦ ਤੁਸੀਂ ਦੇਖੋ ਭਈ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੇਖੋ ਵੀ ਸੁਪਰੀਮ ਕੋਰਟ ਕਹਿੰਦੀ ਆ ਵੀ ਜਿਹੜੀ ਨੂਪੁਰ ਸ਼ਰਮਾ ਆ, ਇਹਨੇ ਅੱਲਾਹੂ ਅਲੈਹਿ ਵਸੱਲਮ ਹਜ਼ਰਤ ਮੁਹੰਮਦ ਸਾਹਿਬ ਬਾਰੇ ਜਿਹੜੀਆਂ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ, ਤੇ ਇਹਦੀ ਬੇਜ਼ਬਾਨ ਜਿਹੜੀ ਬੇਲਗਾਮ ਜ਼ੁਬਾਨ ਹੈ, ਉਹਦੇ ਕਰਕੇ ਦੇਸ਼ ਜਿਹੜਾ ਇਸ ਵੇਲੇ ਭੱਠੀ 'ਚ ਝੋਕਿਆ ਗਿਆ, ਤੇ ਉਹੀ ਤੇ ਸਿਰਫ ਉਹੀ ਜ਼ਿੰਮੇਵਾਰ ਆ ਸੁਪਰੀਮ ਕੋਰਟ। ਮੈਨੂੰ ਲੱਗਦਾ ਹੈ, ਦੇਖੋ ਅਸੀਂ ਆਮ ਤੌਰ ਦੇ ਉੱਤੇ ਕਹਿੰਦੇ ਆ ਸੱਤੀ ਸਾਹਿਬ ਵੀ ਇਹ ਜਿਹੜੀਆਂ ਅਦਾਲਤਾਂ ਨੇ ਇਹਨਾਂ ਦੇ ਵਿੱਚ ਬਿਰਖ ਹੋਊਗਾ ਜੀ, 20 ਸਾਲ ਚੱਲਦਾ ਕਿਤੇ ਇਨਸਾਫ ਆਪਾਂ ਦੇਖ ਆ ਇਨਸਾਫ ਸੀਗਾ। ਜਦੋਂ ਸੁਪਰੀਮ ਕੋਰਟ ਨੂੰ ਟਿੱਪਣੀ ਕਰਨੀ ਚਾਹੀਦੀ ਸੀਗੀ, ਉਸ ਵੇਲੇ ਸੁਪਰੀਮ ਕੋਰਟ ਵੀ ਸਾਡੀ ਸੁੱਤੀ ਪਈ ਸੀ। ਬਿਲਕੁਲ, ਉਦੋਂ ਮੰਨ ਲਿਆ, ਪਰ ਮੁੜ ਕੇ ਕਰਦੀ ਹੈ ਤੇ ਉਹਦੀ ਫਿਰ ਉਹਦੇ ਖਿਲਾਫ ਜਿਹੜਾ ਸੁਪਰੀਮ ਕੋਰਟ ਦੇ ਵੀ ਖਿਲਾਫ ਹੋ ਜਾਂਦੇ ਆ। ਫਿਰ ਸੁਪਰੀਮ ਕੋਰਟ ਕਹਿੰਦੀ ਆ ਵੀ ਮਾਫੀ ਮੰਗੋ। ਅਗਲੇ ਦਿਨ ਜਿਹੜੇ ਰਮੰਨਾ ਨੇ, ਜਸਟਿਸ ਰਮੰਨਾ, ਚੀਫ ਜਸਟਿਸ ਆਪਣੇ, ਉਹ ਕਿਸੇ ਲਾਅ ਨਾਲ ਸੰਬੰਧਿਤ ਸੈਮੀਨਾਰ ਦੇ ਵਿੱਚ ਕਹਿੰਦੇ ਆ ਵੀ ਜਿਹੜੀ ਜੁਡੀਸ਼ਰੀ ਆ, ਇਟ ਇਜ਼ ਐਂਸਰੇਬਲ ਟੂ ਦਾ ਕਨਸਟੀਟਿਊਸ਼ਨ। ਅਸੀਂ ਸੁਪਰੀਮ ਕੋਰਟ ਜਿਹੜੀ ਆ, ਅਪੈਕਸ ਕੋਰਟ ਆ, ਉਹ ਸੰਵਿਧਾਨ ਦੇ ਪ੍ਰਤੀ ਜਵਾਬਦੇਹ ਆ, ਕਿਸੇ ਪਾਰਟੀ ਜਾਂ ਸਰਕਾਰਾਂ ਪ੍ਰਤੀ ਨਹੀਂ। ਇਹ ਗੱਲ ਠੀਕ ਹੈ, ਪਰ ਉਹ ਤੋਂ ਤੀਸਰੇ ਦਿਨ ਦੀਆਂ ਫਿਰ ਘਟਨਾਵਾਂ ਦੇਖੋ ਤੁਸੀਂ। ਤੀਸਰੇ ਦਿਨ ਸਾਬਕਾ ਜੱਜ ਉੱਠ ਖੜੇ ਹੁੰਦੇ ਆ, ਸਾਬਕਾ ਨੌਕਰਸ਼ਾਹ ਉੱਠ ਖੜੇ ਹੁੰਦੇ ਵੀ ਇਹ ਜੀ ਸੁਪਰੀਮ ਕੋਰਟ ਗਲਤ ਕਰ ਰਹੀ ਆ। 177 ਜਣਿਆਂ ਦਾ ਹਜੂਮ ਆ, ਜਿਹੜਾ ਕਿ ਨੂਪੁਰ ਸ਼ਰਮਾ ਦੇ ਹੱਕ 'ਚ ਆ ਕੇ ਖੜਾ ਹੋ ਗਿਆ, ਹੱਕ ਦੇ ਵਿੱਚ ਆਣ ਕੇ ਖੜਾ ਹੋ ਗਿਆ। ਤੁਹਾਨੂੰ ਇਹਦੇ ਨਾਲ ਕੀ ਹੈਗਾ? ਜੇ ਤੁਸੀਂ ਜੁਡੀਸ਼ੀਅਰੀ ਆ ਤਾਂ ਇਹਨੂੰ ਅਲੱਗ ਕਰ ਦਿਓ। ਜੇ ਇਹ ਸਿਰਫ ਔਰ ਸਿਰਫ ਵਿਧਾਨ ਪਾਲਿਕਾ ਤੇ ਕਾਰਜਪਾਲਿਕਾ ਦਾ ਕੰਮ ਹੈਗਾ ਤਾਂ ਫਿਰ ਲੋਕਾਂ ਨੂੰ ਨਜਿੱਠਣ ਦਿਓ। ਬਿਲਕੁਲ। ਦੂਸਰੀ ਗੱਲ ਇਹ ਵੀ ਜੇ ਭਾਜਪਾ ਦੀ ਬੁਲਾਰੇ ਨੇ ਆ ਕੁਝ ਕਹਿੰਦੀ ਆ, ਉਹਦੇ ਹੱਕ ਦੇ ਵਿੱਚ ਫਿਰ ਪ੍ਰਚਾਰ ਕੀਤਾ ਜਾਂਦਾ, ਇੱਕ ਨੈਰੇਟਿਵ ਸਿਰਜਿਆ ਜਾਂਦਾ, ਹੈ ਨਾ। ਤੇ ਜੇ ਕੋਈ ਹੋਰ ਜਿਹੜਾ ਕੋਈ ਕੁਝ ਕਹਿ ਦੇਵੇ, ਉਹਨੂੰ ਫੜ ਕੇ ਅੰਦਰ ਦਿੱਤਾ ਜਾਂਦਾ। ਇੰਨੀਆਂ ਧਾਰਾਵਾਂ
ਜੋੜ ਦਿੱਤੀਆਂ ਜਾਂਦੀਆਂ ਵੀ ਉਹ ਵਿਚਾਰਾ ਬਾਹਰ ਆਉਣ ਜੋਗਾ ਨਾ ਉਹਦੀਆਂ ਜ਼ਮਾਨਤਾਂ ਹੋਣ। ਜਿੱਦਾਂ ਤੁਸੀਂ ਜ਼ੁਬੈਰ ਦਾ ਜ਼ਿਕਰ ਕੀਤਾ, ਜ਼ੁਬੈਰ ਉਹਨਾਂ ਚੋਂ ਇੱਕ ਹੈ ਜੀ ਜ਼ੁਬੈਰ, ਹੈ ਨਾ ਜੀ। ਹੁਣ ਜਦੋਂ ਦਿਲ ਕਰਦਾ ਹੈ ਕਿਤੇ ਤਾਂ ਈਡੀ ਦਾ ਛਾਪਾ ਮਰਵਾ ਦਿੱਤਾ ਜਾਂਦਾ, ਕਿਤੇ ਈਡੀ ਦਾ ਡਰ ਦੇ ਦਿੱਤਾ ਜਾਂਦਾ। ਬਿਲਕੁਲ, ਜਿਹੜਾ ਕਿਤੇ ਕੋ ਕੁਸਕਦਾ। ਹੁਣ ਮਹਾਰਾਸ਼ਟਰ ਦੀ ਜਿਹੜੀ ਸਰਕਾਰ ਹੈ ਇਸੇ ਤਰੀਕੇ ਨਾਲ ਚਲਦੀ ਭਲੀ ਚੰਗੀ ਭਲੀ ਸਰਕਾਰ ਤੋੜ ਕੇ ਉੱਥੇ ਭਾਜਪਾ ਜਿਹੜੀ ਸਰਕਾਰ ਬਣਾਉਂਦੀ ਹੈ ਨਾ। ਸੋ ਇਹ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਇਸ ਭਾਰਤ ਨੂੰ ਭਗਵਾ ਕਰਨ ਦਾ ਇੱਕ ਜਿਹੜਾ ਮੋਦੀ ਜੀ ਨੇ ਹੈ ਨਾ ਇੱਕ ਕੋਸ਼ਿਸ਼ ਕੀਤੀ ਆ, ਉਹ ਕਿਤੇ ਨਾ ਕਿਤੇ ਨਾਕਾਮ ਹੋਣੀ ਹੈ, ਅੱਜ ਹੋਵੇ ਜਾਂ ਕੱਲ ਹੋਵੇ। ਕਿਉਂਕਿ ਇੱਥੇ ਇੱਕ ਇਹਦੀ ਖੂਬਸੂਰਤੀ ਹੈ ਸਾਡੀ ਲੋਕਤੰਤਰ ਦੀ ਕਿ ਇਹਦੇ ਵਿੱਚ ਨਾ ਅਸੀਂ ਸਾਰੇ ਜਣੇ ਬਹੁਤ ਭਾਸ਼ਾਈ, ਹਾਂ, ਹਿੰਦੂ, ਮੁਸਲਿਮ, ਸਿੱਖ, ਈਸਾਈ, ਪਾਰਸੀ, ਜੈਨੀ, ਬੋਧੀ, ਸਾਡਾ ਦੇਸ਼ ਤਾਂ ਮਤਲਬ ਦੁਨੀਆ ਲਈ ਇੱਕ ਉਦਾਹਰਣ ਆ। ਦੇਖੋ ਦੁਨੀਆ ਲਈ ਇੱਕ ਮਿਸਾਲ ਆ ਹਿੰਦੁਸਤਾਨ ਪੇ ਇੰਨੇ ਧਰਮਾਂ, ਇੰਨੀਆਂ ਜ਼ਬਾਨਾਂ, ਕਿੰਨੀਆਂ ਖੇਤਰੀ ਜ਼ਬਾਨਾਂ ਨੇ ਸਾਡੇ, ਹਨਾ। ਬਿਲਕੁਲ। ਤੇ ਤੁਸੀਂ ਪੰਜਾਬੀ 'ਚ ਹੀ ਦੇਖ ਲਓ, ਕਿਤੇ ਦੁਆਬੀ ਆ, ਕਿਤੇ ਮਾਝੀ ਆ, ਕਿਤੇ ਮਲਵਈ ਆ, ਕਿਤੇ ਡੋਗਰੀ ਆ, ਕਿਤੇ ਪੋਠੋਹਾਰੀ ਆ, ਕਿਤੇ ਪਹਾੜੀ ਆ। ਪੰਜਾਬੀ ਦੀਆਂ ਜਿਹੜੀਆਂ ਉਪ ਬੋਲੀਆਂ ਨੇ, ਤੇ ਇਸੇ ਤਰ੍ਹਾਂ ਹਿੰਦੀ, ਭੋਜਪੁਰੀ ਹਿੰਦੀ ਦਾ ਇੱਕ ਰੂਪ ਆ, ਹਨਾ। ਯੂਪੀ 'ਚ ਹੋਰ ਤਰ੍ਹਾਂ ਬੋਲੀ ਜਾਂਦੀ, ਮੱਧ ਪ੍ਰਦੇਸ਼ 'ਚ ਹੋਰ ਤਰ੍ਹਾਂ, ਉੜੀਸਾ ਦੇ ਵਿੱਚ ਤੁਸੀਂ ਉੜੀਆ ਦੇਖੋ, ਹਿੰਦੀ ਨਾਲ ਮਿਲਦੀ ਜੁਲਦੀ ਹੈ ਨਾ। ਤੁਸੀਂ ਦੇਖ ਲਓ ਵੀ ਇਸ ਗੱਲਾਂ ਦੇ ਕਰਕੇ ਹਰ ਇੱਕ ਤਬਕੇ ਨੂੰ ਫਰਕ ਪਿਆ। ਬਿਲਕੁਲ। ਔਰ ਫਰਕ ਦੂਸਰੀ ਗੱਲ ਦਾ ਇਹ ਵੀ ਬਖਰੇਵੇਂ ਪੈਦਾ ਹੁੰਦੇ ਆ ਗਗਨ ਜੀ, ਦਿਲਾਂ ਦੇ ਵਿੱਚ ਬਖਰੇਵੇਂ ਪੈਦਾ ਹੋ ਰਹੇ ਆ। ਸੱਤੀ ਸਾਹਿਬ, ਦਿਲ ਦੇ ਵਿੱਚ ਜਿਹੜਾ ਹੈਗਾ ਨਾ, ਇਹ ਤਾਂ ਬਖਰੇਵਾਂ ਪੈਦਾ ਹੋਣਾ ਹੀ ਹੋਣਾ ਸੀ। ਉਤੋਂ ਦੀ ਹੋਰ ਮਾਰ ਦਿੱਤੀ, 50 ਰੁਪਏ ਸਿਲੰਡਰ ਜਿਹੜਾ ਹੈਗਾ ਉਹ ਮਹਿੰਗਾ ਕਰਕੇ ਮਹਿੰਗਾ ਹੋ ਗਿਆ। ਦੇਖੋ ਆਮ ਬੰਦਾ ਜਿਹੜਾ ਆ ਉਹ ਤਾਂ ਜੇ ਕੈਰੋਸਿਨ ਆਇਲ ਹੀ ਲੈ ਲਈਏ, ਮਿੱਟੀ ਦਾ ਤੇਲ, ਉਹ ਮਹਿੰਗਾ ਹੋ ਗਿਆ, ਗੈਸ ਮਹਿੰਗੀ ਹੋ ਗਈ। ਹੁਣ ਗੈਸ ਤੋਂ ਬਿਨਾ ਹੁਣ ਉਹ ਜ਼ਮਾਨੇ ਤਾਂ ਹੈ ਨਹੀਂ ਗਏ ਵੀ ਲੱਕੜਾਂ ਇਕੱਠੀਆਂ ਕਰ ਲਓ, ਗੋਹਾ ਇਕੱਠਾ ਕਰ ਲਓ ਤੇ ਚੁੱਲ੍ਹੇ ਆਪਣੇ ਬਾਲ ਲਓ, ਹਨਾ, ਤੇ ਲੋ ਤੁਹਾਡੀ ਤਪਦੀ ਹੋਵੇ। ਹੁਣ ਤਾਂ ਦੇਖੋ ਗਰੀਬ ਤੋਂ ਗਰੀਬ ਵੀ ਜਿਹੜਾ ਉਹ ਗੈਸ ਜਿਹੜਾ ਆ, ਪਰ ਜੇ ਗੈਸ ਇੱਦਾਂ ਹੀ ਮਹਿੰਗੀ ਹੁੰਦੀ ਚਲੀ ਗਈ, ਗਰੀਬ ਤਾਂ 2 ਡੰਗ ਦੀ ਰੋਟੀ ਜਿਹੜਾ ਉਹ ਪਕਾਉਣ ਤੋਂ ਆਤਰ ਹੋ ਜਾਊਗਾ। ਪਤਾ ਨਹੀਂ ਕਿਉਂ ਉਦਾਂ ਧਰਮ ਨਾਲ ਮੈਨੂੰ ਨਾ ਮੇਰੀਆਂ ਅੱਖਾਂ ਸਾਹਮਣੇ ਸਮ੍ਰਿਤੀ ਇਰਾਨੀ ਦਾ ਚਿਹਰਾ ਜਿਹੜਾ ਹੈਗਾ ਨਾ ਉਹ ਘੁੰਮਣ ਲੱਗ ਪਿਆ। ਲਓ ਜੀ, ਚੂੜੀਆਂ ਲੈ ਕੇ ਤਾਂ ਡਾਕਟਰ ਮਨਮੋਹਨ ਸਿੰਘ ਦੇ ਪਿੱਛੇ ਚਲ ਗਈ ਸੀ। ਲੈ ਫੜਾ ਹਾ, ਤਾਂ ਮਹਿੰਗਾਈ ਹੋ ਗਈ ਆ। ਅੱਜ ਨਾ ਤਾਂ ਉਹ ਚੂੜੀਆਂ ਦਿਖਾਉਣ ਵਾਲੀ ਮਿਲੀ ਕਿਤੇ, ਨਾ ਸਾਡੇ ਨਿਰਮਲਾ ਸੀਤਾਰਮਨ ਜੀ ਬੋਲਦੇ ਕਿਤੇ, ਨਾ ਕਿਤੇ ਸਾਡੇ ਜੈ ਸ਼ੰਕਰ ਅਈਅਰ ਜੀ ਬੋਲਦੇ ਆ, ਤਾਂ ਨਾ ਕਿਸੇ ਨੂੰ ਅਜੇ ਇਸ ਬੋਲਣ ਵਾਸਤੇ ਕਿਸੇ ਨੇ ਪ੍ਰੇਰਿਤ ਕੀਤਾ ਹੋਣਾ ਵੀ ਮੋਦੀ ਸਾਹਿਬ ਧਰਮ ਨਾਲ ਇੱਕ ਵਾਰੀ ਤਾਂ ਜ਼ੁਬਾਨ ਖੋਲ ਕੇ ਦੱਸ ਦਿਓ ਆ ਮਹਿੰਗਾਈ ਵਧੀ ਜਾਂਦੀ ਹੈ, ਬੇਰੁਜ਼ਗਾਰੀ ਵਧੀ ਜਾਂਦੀ ਹੈ। ਇਦਾਂ ਦੀਆਂ ਖਬਰਾਂ ਆਈਆਂ ਪਈ ਜਿਹੜੀ ਸਮ੍ਰਿਤੀ ਇਰਾਨੀ ਦੇ ਖਿਲਾਫ ਔਰਤਾਂ ਜਿਹੜੀਆਂ ਆ ਉਹ ਲਾਮਬੰਦ ਹੋ ਕੇ ਨਾ ਉਹਦਾ ਘਰਾਓ ਕਰਨ ਤੱਕ ਮਤਲਬ ਜਾ ਰਹੀਆਂ ਹੈਗੀਆਂ, ਤੇ ਪਰ ਇਹ ਉਹੀ ਆ ਵੀ ਕਿੰਨਾ ਰੌਲਾ ਰੱਪਾ ਸਭ ਤੋਂ ਜ਼ਿਆਦਾ ਸਮ੍ਰਿਤੀ ਇਰਾਨੀ ਹੁਣੀ ਪਾਉਂਦੇ ਹੁੰਦੇ ਸੀ। ਬਿਲਕੁਲ ਜੀ। ਜਦੋਂ ਕੋਈ ਮਾੜਾ ਮੋਟਾ ਵਾਧਾ ਹੁੰਦਾ ਸੀਗਾ, ਤੇ ਹੁਣ ਤੁਸੀਂ ਪਿਛਲੇ ਕੁਝ ਸਮੇਂ ਤੋਂ ਹੀ ਤੁਸੀਂ ਦੇਖ ਲਓ ਵੀ ਕਿੰਨਾ ਵਾਧਾ ਹੋਇਆ। ਕਈਆਂ ਚੀਜ਼ਾਂ ਦਾ ਨਾ ਕਈਆਂ ਨੂੰ ਪਤਾ ਹੀ ਨਹੀਂ, ਔਰ ਕਈਆਂ ਚੀਜ਼ਾਂ ਦਾ ਤਾਂ ਇਹਨਾਂ ਮੰਤਰੀਆਂ ਨੂੰ ਖੁਦ ਨਹੀਂ ਪਤਾ ਹੁੰਦਾ। ਹੁਣ ਤੁਹਾਨੂੰ ਮੈਂ ਦੱਸਦਾ ਵੀ ਸੁਧੀਰ ਚੌਧਰੀ ਨੇ ਅਨਾਉਂਸ ਕਰ ਦਿੱਤਾ ਜੀ ਮੀਡੀਆ ਦੇ ਉੱਤੇ ਬੈਠ ਕੇ ਕਿ ਭਾਈ 2000 ਦੇ ਨੋਟ ਦੇ ਵਿੱਚ ਚਿੱਪ ਹੈਗੀ ਆ। ਇਸ ਗੱਲ ਦਾ ਤਾਂ ਜੀ ਵਾਲਾ ਜਿਹੜਾ ਚੈਨਲ ਹੈ ਉਹਨੂੰ ਦੇਖ ਕੇ ਅਰੁਣ ਜੇਤਲੀ ਨੂੰ ਪਤਾ ਲੱਗਾ ਹੈ ਉਹਦੇ ਵਿੱਚ ਚਿੱਪ ਵੀ ਪਾਈ ਸੀਗੀ। ਲਓ ਦੱਸੋ ਜੀ, ਮਤਲਬ ਮੰਤਰੀ ਨੂੰ ਪਤਾ ਹੀ ਨਹੀਂ, ਉਹਨੂੰ ਪਤਾ ਹੀ ਨਹੀਂ। 150 ਬੰਦਾ ਉਸ ਵੇਲੇ ਮਰ ਗਿਆ ਕਿਸਾਨੀ ਅੰਦੋਲਨ ਵਿੱਚ, 750 ਬੰਦਾ ਮਰਵਾ ਕੇ ਉਸ ਤੋਂ ਬਾਅਦ ਵਿੱਚ ਪ੍ਰਧਾਨ ਮੰਤਰੀ ਆ ਕੇ ਮਾਫੀ ਮੰਗਦੇ ਆ। ਹਾਂਜੀ, ਕਿੱਥੋਂ ਦੀ ਇਹ ਸਿਆਸਤ ਹੈਗੀ ਆ? ਜੇ ਲੋਕਾਂ ਨੂੰ ਮਰਵਾ ਕੇ, ਲਤਾੜ ਕੇ, ਪਛਾੜ ਕੇ ਸਾਰਾ ਕੁਝ ਕਰਨਾ, ਤਾਂ ਮੈਨੂੰ ਲੱਗਦਾ ਵੀ ਇਹੋ ਜਿਹੀ ਸਿਆਸਤ ਨਾਲੋਂ ਨਾ ਆਮ ਬੰਦਾ ਜਿਹੜਾ ਹੈ ਉਹ 100 ਦਰਜੇ ਚੰਗਾ। ਬਿਲਕੁਲ। ਦੂਸਰੀ ਗੱਲ ਇਹ ਆ ਵੀ ਜਿਹੜੀ ਇਹ ਮਹਿੰਗਾਈ ਹੈ, ਤੁਸੀਂ ਦੇਖੋ ਭਈ ਜਦੋਂ ਇੰਟਰਨੈਸ਼ਨਲ ਮਾਰਕੀਟ 'ਚ ਕਰੂਡ ਆਇਲ ਦੀਆਂ ਕੀਮਤਾਂ, ਕੱਚੇ ਤੇਲ ਦੀਆਂ ਕੀਮਤਾਂ ਸਭ ਤੋਂ ਲੋਐਸਟ ਸੀਗੀਆਂ, ਸਾਡੇ ਉਦੋਂ ਡੀਜ਼ਲ ਪੈਟਰੋਲ ਦੇ ਭਾਅ ਵੱਧ ਰਹੇ ਸੀਗੇ। ਹਾਂਜੀ, ਆ ਸਾਡੇ ਗੁਜਰਾਤ ਦੇ ਵਿੱਚ ਡੀਜ਼ਲ, ਪੈਟਰੋਲ, ਹੋਰ ਇਦਾਂ ਗੈਸ ਹੋ ਗਈ, ਕੁਛ ਨਾ ਕੁਛ ਜਿਹੜਾ ਹੈਗਾ ਨਾ ਜੀ ਇਦਾਂ ਦਾ ਜਿਹੜਾ ਨਿਕਲਦਾ। ਹਾਂਜੀ, ਜਦੋਂ ਨਿਕਲਦਾ ਉਹਨੂੰ ਤੁਸੀਂ ਸਿਕਿਉਰ ਕਰ ਲਓ। ਅੱਗ ਲਾ ਕੇ ਉਹ ਸਿੱਧਾ ਛੱਡਿਆ ਹੋਇਆ ਆ। ਰਸ਼ੀਆ ਦੇ ਕੋਲੋਂ ਘੱਟ ਮੁੱਲ ਦੇ ਉੱਤੇ ਆਪਣਾ ਜਿਹੜਾ ਤੇਲ ਆ ਜਾਂ ਫਿਰ ਗੈਸ ਆ ਉਹ ਲੈ ਕੇ ਉਹਨੂੰ ਵੱਧ ਮੁੱਲ ਉੱਤੇ ਥੋੜਾ ਕਰਕੇ ਵੇਚੀ ਜਾਂਦੇ, ਇਹਨੂੰ ਆਪਣੀ ਪ੍ਰਾਪਤੀ ਦੱਸੀ ਜਾਂਦੇ ਆ। ਉਧਰ ਤੁਸੀਂ ਬੰਬੇ ਹਾਈ ਦੇਖ ਲਓ, ਗੁਜਰਾਤ ਦੇ ਸਮੁੰਦਰਾਂ 'ਚ ਦੇਖ ਲਓ, ਨਾਲ ਲੱਗਦਾ ਜਿਹੜਾ ਸਾਰੀਆਂ ਬੰਦਰਗਾਹਾਂ ਤੁਸੀਂ ਦੇਖ ਲਓ, ਇਹ ਸਾਰਾ ਕੁਝ ਹੋ ਰਿਹਾ। ਪਰ ਹੁਣ ਆਪਾਂ ਜਦੋਂ ਦੇਖਦੇ ਆ ਵੀ ਸਾਡੀ ਜਿਹੜੀ ਹੈ ਨੌਜਵਾਨੀ ਉਹ ਕਿਤੇ ਨਾ ਕਿਤੇ ਇਹਨਾਂ ਗੱਲਾਂ ਤੋਂ ਹੀ ਅੱਕ ਕੇ ਜਿਹੜੀਆਂ ਆਪਾਂ ਕਰਦੇ ਆ ਇੱਕ ਦੂਜੇ ਨਾਲ, ਹਨਾ ਜੀ, ਉਹ ਕਿਤੇ ਕਹਿਣਗੇ ਵੀ ਇਹ ਦੋਨੇ ਜਿਹੜੇ ਆਪਸ ਵਿੱਚ ਹੀ ਲੜੀ ਜਾਂਦੇ ਆ, ਵੀ ਇਹ ਮਸਲੇ ਤਾਂ ਗੰਭੀਰ ਆ ਨਾ। ਫਿਰ ਵੀ ਹੁਣ ਇਹਨਾਂ ਤੋਂ ਅੱਕ ਕੇ ਜਦੋਂ ਉਹ ਕਿਤੇ ਨਾ ਕਿਤੇ ਬਾਹਰ ਦਾ ਰੁੱਖ ਕਰਦੇ ਆ,
ਹੈ ਨਾ, ਬਾਹਰ ਜਾ ਕੇ ਫਿਰ ਬੜਾ ਵੱਡਾ ਨਾ ਦਿਲ ਨੂੰ ਮਤਲਬ ਦੁੱਖ ਪਹੁੰਚਦਾ ਆ ਜਦੋਂ ਸੈਨ ਐਂਟੋਨੀਓ ਦੀ ਖਬਰ ਸੁਣੀ ਵੀ 46 ਜਣੇ ਉਹਦੇ ਵਿੱਚ ਮਤਲਬ ਇੱਕ ਬਾਰਡਰ ਕ੍ਰਾਸ ਕਰਦੇ ਸੀਗੇ, ਉਹ 50 ਤੋਂ ਹਾਂ, ਫਿਰ ਕੁਝ ਮੌਤਾਂ ਹਸਪਤਾਲ ਜਾ ਕੇ 50 ਤੋਂ ਟੱਪ ਜਾਂਦੀਆਂ ਹੈ ਨਾ। ਸੋ ਉਹ ਮਤਲਬ ਰੱਬ ਨੂੰ ਪਿਆਰੇ ਹੋ ਗਏ। ਤੇ ਦੇਖੋ ਹੁਣ ਵਿਛੜੀਆਂ ਰੂਹਾਂ ਨੂੰ ਤਾਂ ਜਿਹੜਾ ਹੈਗਾ ਨਾ ਉਹ ਅਸੀਂ ਇਹ ਕਹਿ ਸਕਦੇ ਹਾਂ ਵੀ ਰੱਬ ਸ਼ਾਂਤੀ ਦੇਵੇ, ਪਰ ਕੀ ਅਮਰੀਕਾ ਨੇ, ਕੈਨੇਡਾ ਨੇ, ਇੱਦਾਂ ਦੀਆਂ ਜਿਹੜੀਆਂ ਯੂਰਪ ਕੰਟਰੀਜ਼ ਨੇ, ਇਹਨਾਂ ਨੇ ਆਪਣੇ ਰੂਲਸ ਰੈਗੂਲੇਸ਼ਨਸ ਕੁਛ ਸਖਤ ਜਾਂ ਨਰਮ ਕੀਤੇ ਆ ਹੁਣ? ਹਰ ਥਾਂ ਇਹਨਾਂ ਦੋਹਰੇ ਮਾਪਦੰਡ ਆ ਜੀ। ਯੂਰਪ ਦੇ ਵਿੱਚ ਪਿੱਛੇ ਤੁਸੀਂ ਦੇਖੋ ਪਈ, ਚਾਹੇ ਉਹ ਭਾਰਤ ਤੇ ਪੰਜਾਬ ਤੋਂ ਹੋਣ, ਕਿਤੇ ਉੱਧਰੋਂ ਹੋਣ, ਪਾਕਿਸਤਾਨੀ ਹੋਣ, ਬੰਗਲਾਦੇਸ਼ੀ ਹੋਣ, ਗਰੀਬ ਮੁਲਕਾਂ ਦੇ ਲੋਕ, ਹਾਂਜੀ, ਜਾਂ ਅਰਬ ਕੰਟਰੀਜ਼ ਦੇ ਵਿੱਚ ਜਿਹੜੇ ਡਿਸਪਲੇਸਡ ਲੋਕ ਆ, ਕੋਈ ਸੀਰੀਆ ਦੀ ਜੰਗ ਦੇ ਝੰਬੇ, ਕੋਈ ਇਰਾਕ ਇਰਾਨ ਹੋ ਗਿਆ, ਕੋਈ ਲੀਬੀਆ ਲੈਬਨਾਨ ਦੇ ਲੋਕ ਜਿਹੜੇ ਉੱਧਰ ਜਾ ਰਹੇ ਆ, ਜੀ ਜੀ, ਇਹਨਾਂ ਨੂੰ ਆਪਾਂ ਡੈਸਪੀਰੇਟ ਜਰਨੀਜ਼ ਹੀ ਕਹਾਂਗੇ, ਹੈ ਨਾ। ਜੀ। ਤਾਂ ਆਮ ਹੀ ਮਤਲਬ ਆਉਂਦਾ ਵੀ ਬੋਟ ਜਿਹੜੀ ਆ ਸਿੰਕ ਹੋ ਗਈ ਆ, ਹੈ ਨਾ, ਹਾਂਜੀ, ਜਾਂ ਉਹ ਇੰਨੇ ਬੰਦੇ ਮਾਰੇ ਗਏ, ਇੱਦਾਂ ਹੋ ਗਿਆ, ਉੱਦਾਂ ਹੋ ਗਿਆ, ਹੈ ਨਾ। ਹੁੰਦਾ ਕੀ ਆ ਵੀ ਜਿਹੜੇ ਕੁਛ ਜਿਹੜੇ ਯੂਰਪੀਅਨ ਕੰਟਰੀਜ਼ ਨੇ, ਇਟਲੀ ਲਾ ਲਓ, ਸਪੇਨ ਲਾ ਲਓ, ਜਰਮਨੀ ਲਾ ਲਓ, ਉਹ ਥੋੜ੍ਹੇ ਲੀਨੀਅੰਟ ਵੀ ਆ ਵੀ ਚਲੋ ਯਾਰ ਇਹ ਦੁੱਖਾਂ ਦੇ ਮਾਰੇ ਲੋਕ ਆ, ਇਹਨਾਂ ਨੂੰ ਗਲ ਦੇ ਨਾਲ ਲਾਓ। ਪਰ ਜਿੱਦਾਂ ਹੁਣ ਯੂਕਰੇਨ ਜੰਗ ਹੈ, ਕਿਉਂਕਿ ਉਹਨਾਂ ਦਾ ਰੰਗ ਗੋਰਾ ਆ, ਵਾਲ ਕੱਕੇ ਨੇ, ਹਾਂਜੀ, ਉਹਨਾਂ ਨੂੰ ਯੂਰਪ ਦੇ ਲੋਕਾਂ ਨੇ ਦੇ ਓਪਨਡ ਦੇਅਰ ਡੋਰਸ, ਦੇ ਓਪਨਡ ਦੇਅਰ ਹਾਰਟਸ, ਦੇ ਓਪਨ ਦੇਅਰ ਬਾਰਡਰਸ ਵੀ ਇੱਧਰ ਆਓ, ਹੈ ਨਾ ਜੀ, ਕਿਉਂਕਿ ਉਹ ਇੱਕ ਵੱਖਰੀ ਨਸਲ ਦੇ ਲੋਕ ਨੇ, ਹੈ ਨਾ। ਬਿਲਕੁਲ ਹੈਗੇ ਤਾਂ ਖੂਨ ਤਾਂ ਉਹੀ ਲਾ ਰਹੀ ਹੈ, ਰੰਗ ਦਾ ਹੀ ਫਰਕ ਆ, ਹੈ ਨਾ। ਜੀ। ਸੋ ਅਰਬ ਦੇਸ਼ਾਂ ਨੇ ਰੌਲਾ ਵੀ ਪਾਇਆ ਵੀ ਸਾਡੇ ਲੋਕਾਂ ਨੂੰ ਪਨਾਹ ਦੇਣ ਵੇਲੇ 100 ਨਖਰੇ ਕਰਦੇ ਆ ਯੂਰਪ ਵਾਲੇ, ਵੀ ਯੂਕਰੇਨ ਵਾਲਿਆਂ ਨੂੰ ਹੁਣ ਫਟਾਫਟ ਦੇ ਰਹੇ ਆ। ਇੱਦਾਂ ਅਮਰੀਕਾ ਦੇ ਵਿੱਚ ਹੁੰਦੀ ਹੈ ਭਈ ਜਿਹੜੇ ਯੂਰਪੀਅਨ ਨੇ ਉੱਧਰ ਜਾਂਦੇ, ਉਹਨਾਂ ਨੂੰ ਤਾਂ ਫਟਾਫਟ ਸੈਟਲਮੈਂਟ ਉਹਨਾਂ ਦੀ ਕਰਵਾ ਦਿੰਦੇ ਆ, ਹੈ ਨਾ। ਉਹ ਸਿਟੀਜ਼ਨ ਵੀ ਬਣ ਜਾਂਦੇ, ਗ੍ਰੀਨ ਕਾਰਡ ਵੀ ਮਿਲ ਜਾਂਦੇ ਆ, ਉਹਨਾਂ ਨੂੰ PR ਵੀ ਮਿਲ ਜਾਂਦੀ ਕੈਨੇਡਾ ਦੇ ਵਿੱਚ, ਹੈ ਨਾ। ਤੇ ਆਪਾਂ ਪਹਿਲਾਂ ਦੇਖਦੇ ਹਾਂ ਵੀ ਡੋਨਾਲਡ ਟਰੰਪ ਹੁਣਾਂ ਵੇਲੇ, ਜੋ ਬਾਈਡਨ ਤੋਂ ਪਹਿਲਾਂ, ਟਰੰਪ ਸਾਹਿਬ ਕਹਿੰਦੇ ਸੀ ਭਈ ਪੂਰੇ ਮੈਕਸੀਕੋ ਬਾਰਡਰ ਤੇ ਕੰਧ ਬਣਾਉਣੀ ਆ, ਔਰ ਸ਼ੁਰੂ ਵੀ ਕਰ ਦਿੱਤੀ ਸੀ, ਹੈ ਨਾ ਜੀ। ਉੱਧਰ ਹਜ਼ਾਰਾਂ ਦੇ ਕਾਫਲੇ ਜਿਹੜੇ ਆ ਤੁਰਿਓ ਸੀਗੇ ਇੱਧਰ ਨੂੰ ਐਂਟਰ ਕਰਨ, ਹੈ ਨਾ। ਤੇ ਉਹਨਾਂ ਨਾਲ ਮੈਕਸੀਕੋ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਰੋਕ ਕੇ ਕਿੱਦਾਂ ਬਦਤਮੀਜ਼ੀ ਕਰਦੀਆਂ ਜਿਹੜੀਆਂ ਬਾਰਡਰ ਫੋਰਸਿਸ ਨੇ, ਬਾਰਡਰ ਸਿਕਿਉਰਿਟੀ ਫੋਰਸਿਸ। ਤਾਂ ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਕਿੱਦਾਂ ਲੋਕ ਗੋਲੀਆਂ ਖਾਂਦੇ ਬਾਰਡਰ ਤੋਂ ਲੰਘਦੇ ਆ ਇੱਧਰ ਨੂੰ। ਬਾਈਡਨ ਸਾਹਿਬ ਨੇ ਥੋੜ੍ਹਾ ਜਿਹਾ ਨਰਮ ਰਵੱਈਆ ਅਪਣਾਇਆ ਤੇ ਉਹ ਜਿਹੜੀ ਕੰਧ ਆ ਇੱਕ ਤਾਂ ਉਹਦੀ ਉਸਾਰੀ ਰੋਕ ਦਿੱਤੀ ਗਈ, ਹੈ ਨਾ। ਉਹ ਕਹਿੰਦੇ ਸਟੇਟ ਐਕਸਚੈਕਰ ਤੇ ਇਹ ਸਾਰਾ ਬੋਝ ਪੈਣਾ, ਇਹ ਦੇਸ਼ ਦੇ ਖਜ਼ਾਨੇ ਤੇ ਬੋਝ ਪੈ ਰਿਹਾ ਨਾ, ਕੋਈ ਆਪਣੀ ਪਾਕਟ ਚੋਂ ਤਾਂ ਬਣਾਉਣੀ ਨਹੀਂ ਸੀ ਡੋਨਾਲਡ ਟਰੰਪ ਨੇ। ਤੁਸੀਂ ਦੇਖ ਲਓ ਵੈਸੇ ਦਿਮਾਗ ਕਿੰਨਾ ਆ, ਨਹੀਂ ਤਾਂ ਸਾਨੂੰ ਇੱਥੇ ਬਣਾਉਣ ਨੂੰ ਕਿਹਾ ਹੁੰਦਾ ਜੀ 3000 ਕਰੋੜ ਦੀ ਤਾਂ ਬਣੀ ਜਾਣੀ ਸੀ। ਐਨੀਵੇ, ਦੂਸਰਾ ਇਹ ਆ ਵੀ ਬਾਈਡਨ ਸਾਹਿਬ ਬਜ਼ਾਤੇ ਖੁਦ ਥੋੜਾ ਨਰਮ ਰਵੱਈਆ ਰੱਖਦੇ ਆ, ਹਾਂਜੀ। ਤੇ ਡੋਨਾਲਡ ਟਰੰਪ ਵਰਗੀ ਸਖਤੀ ਹੈ ਨਹੀਂ ਗੀ ਜੀ। ਤਾਂ ਸ਼ਾਇਦ ਦੇਖੋ ਇੰਨੇ ਬੰਦਿਆਂ ਦਾ ਮਰ ਜਾਣਾ, ਉਹ ਵੀ ਉਹ ਰੌਲਾ ਰੱਪਾ ਪਾ ਰਹੇ ਸੀ, ਚੀਕ ਚਹਾੜਾ ਪੈ ਰਿਹਾ ਸੀ, ਕੋਈ ਲੰਘਦੇ ਨੇ ਉਹਨਾਂ ਦੀ ਆਵਾਜ਼ ਸੁਣੀ ਤੇ ਜਿਹੜੇ ਬਚੇ ਸੀਗੇ ਉਹ ਵੀ ਤੁਰਨ ਜੋਗੇ ਨਹੀਂ ਸੀ, ਉਹ ਉੱਠ ਕੇ ਆਪਣੇ ਪੈਰਾਂ ਤੇ ਖਲੋਣ ਜੋਗੇ ਨਹੀਂ ਸੀ, ਜਿਨ੍ਹਾਂ ਦੀ ਬਾਅਦ ਹਸਪੀਟਲਾਈਜੇਸ਼ਨ ਹੁੰਦੀ ਆ ਔਰ ਉਹ 'ਚ 4-5 ਜਣੇ ਫਿਰ ਮਰ ਜਾਂਦੇ ਆ, 51-52 ਬੰਦੇ ਮਰਦੇ ਨੇ, ਹੈ ਨਾ ਜੀ। ਸੋ ਦੇਖੋ ਅਮਰੀਕਾ ਬਾਰੇ ਕਿਸੇ ਨੇ ਕਿਹਾ ਸੀਗਾ ਵੀ ਇਹ ਸੰਭਾਵਨਾਵਾਂ ਦੀ ਧਰਤੀ ਆ, ਲੈਂਡ ਆਫ ਐਕਸਪੈਕਟੇਸ਼ਨਸ ਆ, ਗ੍ਰੇਟ ਐਕਸਪੈਕਟੇਸ਼ਨਸ ਜੀ। ਤੇ ਹਰ ਬੰਦਾ ਅੱਜ ਵੀ ਮਤਲਬ ਉਹ ਲੋਚਦਾ ਵੀ ਯਾਰ ਕਿਸ ਤਰ੍ਹਾਂ ਅਮਰੀਕਾ ਪਹੁੰਚ ਜਾਈਏ, ਹੈ ਨਾ। ਬਿਲਕੁਲ। ਹਾਲਾਂਕਿ ਉੱਥੇ ਕੋਈ ਕਲਪਤ ਸੁਰਗ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਉਹ ਹੈ ਨਹੀਂ ਗਾ, ਉੱਥੇ ਵੀ ਲੋਕ ਬੇਰੁਜ਼ਗਾਰ ਨੇ, ਉੱਥੇ ਵੀ ਲੋਕ ਪੁਲਾਂ ਹੇਠ ਸੌਂਦੇ ਆ। ਸਾਰੀ ਦੁਨੀਆ ਜਿਹੜੀ ਆ ਉਹ ਇੰਨੀ ਉੱਥੇ ਖੁਸ਼ਹਾਲ ਨਹੀਂ ਗੀ, ਔਰ ਕ੍ਰਾਈਮ ਰੇਟ ਵੀ ਮੈਨੂੰ ਲੱਗਦਾ ਵੀ ਅਮਰੀਕਾ 'ਚ ਬਾਕੀ ਦੇਸ਼ਾਂ ਨਾਲੋਂ ਜ਼ਿਆਦਾ ਹੈਗਾ, ਹੈ ਨਾ ਜੀ। ਪਰ ਉਹਦੇ ਬਾਵਜੂਦ ਅੱਜ ਵੀ ਸੰਭਾਵਨਾਵਾਂ ਦੀ ਧਰਤੀ ਗਿਣਿਆ ਜਾਂਦਾ ਹੈਗਾ, ਹੈ ਨਾ। ਮੈਂ ਨਾ ਸੋਚਦਾ ਸੀ ਸਤੀ ਸਾਹਿਬ ਜੀ ਵੀ ਜੇ ਉਹ ਕੰਧ ਢਾਹ ਦੇਣ ਜੀ, ਹੈ ਨਾ ਜੀ, ਢਾਹ ਕੇ ਤੇ ਰਿਊਮਰ ਸੀਗੇ ਇਹ ਫੇਸਬੁੱਕ ਵਾਲੇ ਜੀ ਬਈ ਮੋਦੀ ਸਾਹਿਬ ਨੇ ਨਾ ਮੂਰਤੀ ਬਣਾਈ ਹੈ ਨਾ ਜਿਹੜੀ 3000 ਕਰੋੜ ਦੀ ਜੀ, ਤੇ ਉਹਦੇ ਵਿੱਚ ਨਾ ਇੱਕ ਨਾ ਕੈਮਰਾ ਲਾਇਆ
ਉਹ ਪਾਕਿਸਤਾਨ ਵੱਲ ਨੂੰ ਦੇਖਦਾ ਜੀ ਜਸੂਸੀ ਕਰਦਾ ਹੈ ਨਾ। ਮਤਲਬ ਇਹ ਫੇਸਬੁੱਕ ਦੇ ਜਿਹੜੇ ਹੈਗੇ ਨਾ ਬਹੁਤ ਵੱਡੇ ਵੱਡੇ ਕਈ ਖੂਬਸੂਰਤ ਅਫਵਾਹਾਂ ਹੁੰਦੀਆਂ ਅਫਵਾਹਾਂ ਹੈ ਨਾ। ਸੋ ਮੈਂ ਕਹਿੰਦਾ ਵੀ ਜੇ ਕਿਤੇ ਜੋ ਬਾਈਡਨ ਦੇ ਦਿਮਾਗ ਦੇ ਵਿੱਚ ਆ ਜਾਏ ਤੇ ਬਾਈਡਨ ਸਾਹਿਬ ਕਹਿਣ ਵੀ ਚਲੋ, ਵੈਸੇ ਉਹ ਜਜ਼ਬਾਤੀ ਬੰਦੇ ਆ ਹਨਾ, ਆ ਵੀ ਸਕਦਾ ਹੈ ਨਾ। ਹਾਂਜੀ ਪਰ ਇਹ ਮਨੁੱਖੀ ਅਧਿਕਾਰਾਂ ਦਾ ਹਨਨ ਹੋਊਗਾ ਫਿਰ, ਬਿਲਕੁਲ ਹੈ ਨਾ। ਹੁਣ ਮੈਂ ਜੇ ਸਟੈਨ ਸਵਾਮੀ ਦੀ ਗੱਲ ਕਰਾਂ ਜੀ, ਤੇ ਜਿਹੜਾ ਸੰਸਦ ਦੇ ਵਿੱਚ ਮਤਾ ਪੇਸ਼ ਕੀਤਾ ਗਿਆ, ਹਾਂਜੀ, ਤੇ ਅਮਰੀਕੀ ਅਪਰ ਹਾਊਸ ਦੇ ਵਿੱਚ, ਅਮਰੀਕੀ ਅਪਰ ਹਾਊਸ ਦੇ ਵਿੱਚ, ਹਾਂਜੀ, ਤੇ ਉਹਨੂੰ ਕਿੱਦਾਂ ਦੇਖਦੇ ਆ ਤੁਸੀਂ ਵੀ ਉਹ ਕਾਮਯਾਬ ਹੋ ਸਕੂਗਾ? ਦੇਖੋ, ਕਾਂਗਰਸ ਦੇ ਐਮਪੀਸ ਨੇ ਮਤਾ ਪੇਸ਼ ਕੀਤਾ ਜੀ ਭਈ ਇੱਕ 81 ਸਾਲ ਦਾ ਬੰਦਾ ਜੀ, ਉਹ ਦੇਸ਼ ਲਈ ਕੀ ਖਤਰਾ ਹੋ ਸਕਦਾ। ਹਾਂ ਗਗਨ ਜੀ, ਅਸੀਂ 70 ਜਦੋਂ 50ਵਿਆਂ ਤੋਂ ਹੀ ਉੱਤੇ ਚੱਲ ਜਾਂਦੇ ਆ ਨਾ, 60ਵਿਆਂ 70ਵਿਆਂ, ਉਹ ਤਾਂ 80ਵਿਆਂ 'ਚ ਸੀਗਾ, ਹੈ ਨਾ। 1931 ਬੋਰਨ ਸੀਗੇ ਉਹ, ਔਰ ਪਿਛਲੇ ਸਾਲ 5 ਜੁਲਾਈ ਨੂੰ ਉਹਨਾਂ ਦੀ ਮੌਤ ਹੁੰਦੀ ਆ। ਹੁਣੇ ਬਰਸੀ ਬਣਾ ਕੇ ਹਟੇ ਆ। ਦੇਸ਼ ਦੀਆਂ ਖੱਬੇ ਪੱਖੀਆਂ ਧਿਰਾਂ, ਮਨੁੱਖੀ ਜਿਹੜੇ ਮਾਨਵੀ ਅਧਿਕਾਰਾਂ ਨਾਲ ਸੰਬੰਧਿਤ ਜਥੇਬੰਦੀਆਂ, ਠੀਕ ਹੈ, ਜਮਹੂਰੀ ਅਧਿਕਾਰ ਜਥੇਬੰਦੀਆਂ, ਉਹਨਾਂ ਦਾ ਦੇਸ਼ ਭਰ ਦੇ ਵਿੱਚ ਉਹਨਾਂ ਦਾ ਜਨਮ ਦਿਨ ਮਨਾਉਂਦੇ ਨੇ। ਔਰ ਇੱਕ 81 ਸਾਲ ਦਾ ਬੰਦਾ ਦੇਸ਼ ਲਈ ਕੀ ਖਤਰਾ ਹੋ ਸਕਦਾ। ਇਸ ਉਮਰੇ ਦਾ ਬੰਦਾ ਆਪਣੀ ਜਾਨ ਬਚਾਉਣ ਤੇ ਹੁੰਦਾ ਵੀ ਮੈਂ ਥੋੜਾ ਤੰਦਰੁਸਤ ਰਹਾਂ ਤਾਂ ਫਿਰਦਾ ਤੁਰਦਾ ਰਹਾਂ। ਬਿਲਕੁਲ। ਤਾਂ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ। ਅੱਛਾ ਜੀ। ਉਹਦਾ ਮੈਡੀਕਲ ਆਧਾਰ ਤੇ ਵੀ ਉਹਨੂੰ ਪੈਰੋਲ ਨਹੀਂ ਦਿੱਤੀ ਜਾਂਦੀ ਜੀ। ਔਰ ਆਪਾਂ ਦੇਖਦਾ ਵੀ ਬਦਮਾਸ਼ ਲਾਣੇ ਜਿਹੜੇ ਸੁਨਾਰੀਆ ਜੇਲ੍ਹ ਦੇ ਵਿੱਚ ਦਾਖਲ ਆ, ਤੀਜੇ ਇੱਕ ਦਿਨ ਪੈਰੋਲ ਦਿੱਤੀ ਹੁੰਦੀ। ਪਿੱਛੇ ਜਿਹੜਾ ਆ ਉਹ ਚੋਣਾਂ ਵੇਲੇ ਵੀ ਦਿੱਤੀ ਗਈ, ਪੰਜਾਬ ਦੀਆਂ ਚੋਣਾਂ ਵੇਲੇ, ਹੈ ਨਾ। ਬਿਲਕੁਲ ਜੀ। ਠੀਕ ਆ। ਸੰਤ ਰਾਮ ਰਹੀਮ, ਸੰਤ ਦਾ ਉਹ ਨਾਂ ਦਾ ਹੀ ਆ। ਮੁਖਤਾਰ ਅੰਬਾਸ ਨਕਵੀ ਨੂੰ ਤਾਂ ਇੱਥੇ ਆਪਣੇ ਪ੍ਰਾਹੁਣਾ ਬਣਾ ਕੇ, ਪ੍ਰਾਹੁਣਾ ਕੀ ਜਵਾਈ ਬਣਾ ਕੇ ਰੱਖਿਆ ਸਰਕਾਰ ਨੇ, ਰੋਪੜ ਦੀ ਜੇਲ੍ਹ 'ਚ। ਔਰ ਕਰੋੜਾਂ ਰੁਪਈਆ ਮਤਲਬ ਵਕੀਲਾਂ ਨੂੰ ਦਿੱਤਾ ਉਹਨੂੰ, ਤਾਂ ਕਿ ਉਹਦਾ ਇੱਥੇ ਸਟੇ ਬਣਿਆ ਰਹੇ, ਹੈ ਨਾ, ਕੋਈ ਨਾ ਕੋਈ ਬਹਾਨਾ ਬਣਾ ਕੇ। ਉੱਥੇ ਉਹ ਵਾਂਟਡ ਆ 100 ਕੇਸ ਦੇ ਵਿੱਚ, ਤੇ ਪੰਜਾਬ ਸਰਕਾਰ ਨੂੰ ਕੀ ਚੱਟੀ ਪਈ ਆ ਵੀ ਉਹਦੇ ਲਈ ਵਕੀਲ ਕਰਕੇ ਉਹਨੂੰ ਪੰਜਾਬ ਦੇ ਵਿੱਚ ਰੱਖੇ, ਔਰ ਕੇਸ ਵੀ ਉਹ ਜਾਲੀ ਹੋਣਾ ਕੋਈ ਨਾ ਕੋਈ, ਸਿਰਫ ਉਹਨੂੰ ਬਚਾਉਣ ਦੀ ਖਾਤਰ, ਹੈ ਨਾ। ਇੱਥੇ ਤੱਕ ਸਰਕਾਰਾਂ ਜਾਂਦੀਆਂ, ਇਹਨਾਂ ਗੁੰਡਾ ਅਨਸਰਾਂ ਦੇ ਨਾਲ ਗੱਠਜੋੜ ਇੱਥੇ ਤੱਕ ਹੁੰਦੇ ਨੇ, ਹੈ ਨਾ। ਪਰ ਆਪਾਂ ਗੱਲ ਅਮਰੀਕੀ ਅਪਰ ਹਾਊਸ ਦੀ ਕਰਦੇ, ਅਪਰ ਹਾਊਸ ਦੀ ਕਰ ਰਹੇ। ਸਟੈਨ ਸਵਾਮੀ ਦੀ ਮੌਤ ਦੀ ਜਾਂਚ ਦੀ ਉਹਨਾਂ ਨੇ ਕਿਹਾ ਵੀ ਮਤਲਬ ਜਾਂਚ ਕਰਾਈ ਜਾਵੇ, ਔਰ ਉਹਦੇ ਲਈ ਮਤਾ ਪੇਸ਼ ਹੁੰਦਾ। ਇਹ ਕੋਈ ਨਿੱਕੀ ਜੀ ਗੱਲ ਨਹੀਂ ਵੀ ਅਮਰੀਕੀ ਸੰਸਦ ਦੇ ਵਿੱਚ ਕਾਂਗਰਸਮੈਨ ਜਿਹੜੇ ਆ ਉਹ ਮਤਾ ਪੇਸ਼ ਕਰਨ ਵੀ ਕਿਹਨਾਂ ਹਾਲਾਤ ਦੇ ਵਿੱਚ ਉਹਦੀ ਮੌਤ ਹੁੰਦੀ ਆ। ਸੋ ਸਟੈਨ ਸਵਾਮੀ ਦਾ ਇੰਨਾ ਕੁ ਕਸੂਰ ਸੀਗਾ ਵੀ ਉਹ ਦੱਬੇ ਕੁਚਲੇ ਲੋਕਾਂ ਲਈ, ਕਬਾਇਲੀ ਲੋਕਾਂ ਦੇ ਲਈ ਕੰਮ ਕਰਦਾ ਸਾਰੀ ਉਮਰ, ਮਰ ਗਿਆ। ਉਹਨਾਂ ਦੀ ਬਿਹਤਰੀ ਲਈ, ਉਹਨਾਂ ਦੀ ਬਿਹਤਰ ਜ਼ਿੰਦਗੀ ਦੇ ਲਈ ਸੰਘਰਸ਼ਸ਼ੀਲ ਬੰਦਾ ਹੋਵੇ ਤਾਂ ਉਹਨੂੰ ਜੇਲ੍ਹ 'ਚ ਰੱਖ ਕੇ ਮਾਰ ਦਿੱਤਾ ਜਾਵੇ। ਇਹਦੇ ਬਾਰੇ ਉੱਥੇ ਹਾਂ ਦਾ ਨਾਰਾ ਮੈਂ ਕਹਾਂਗਾ ਵੀ ਮਾਰਿਆ ਗਿਆ ਅਮਰੀਕੀ ਸੰਸਦ ਦੇ ਵਿੱਚ ਜੀ। ਇੰਨੀ ਕੁ ਗੱਲ ਆ। ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਅਮਰੀਕੀ ਸੰਸਦ ਦੇ ਵਿੱਚ ਮਨੁੱਖੀ ਅਧਿਕਾਰਾਂ ਪ੍ਰਤੀ ਹੋਰ ਵੀ ਜਿਹੜੇ ਮਤੇ ਆ ਉਹ ਪੇਸ਼ ਹੋਣ, ਔਰ ਜਿਹੜਾ ਯੂਨੀਵਰਸਲ ਇੱਕ, ਕਿਉਂਕਿ ਜਦੋਂ ਨਾ ਇਹ ਵੱਡੇ ਮੁਲਕ ਨੇ ਇਹ ਕੁਛ ਨਾ ਕੁਛ ਕਰਦੇ ਆ ਤੇ ਇਹਨਾਂ ਦਾ ਪ੍ਰਭਾਵ ਛੋਟੇ ਮੁਲਕਾਂ ਉੱਤੇ ਜ਼ਰੂਰ ਪੈਂਦਾ। ਹੁਣ ਤੁਸੀਂ ਦੇਖ ਲਓ ਵੀ ਹੁਣ ਯੂਕਰੇਨ ਰਸ਼ੀਆ ਦੀ ਆਪਾਂ ਗੱਲ ਕਰ ਲਈਏ, ਬਿਲਕੁਲ, ਤੇ ਇੱਕ ਛੋਟੇ ਜਿਹਾ ਮੁਲਕ ਸੀ, ਉਹ ਉਧਰੋਂ ਨਿਕਲਿਆ, ਦੂਸਰੇ ਪਾਸੇ ਗਿਆ ਆਪਣੀ ਸੋਵਰੈਨਿਟੀ ਲੈਣ ਵਾਸਤੇ। ਉਹ ਕਿੰਨਾ ਕੁਛ ਤੜਫ ਕੇ ਉਸ ਤੋਂ ਬਾਅਦ ਵਿੱਚ ਕਹਿੰਦਾ ਮੈਂ ਨਾਟੋ ਵਿੱਚ ਸ਼ਾਮਿਲ ਹੋਣਾ, ਤੇ ਅੱਜ ਕੀ ਹਾਲਾਤ ਨੇ ਉਹ ਤੁਹਾਡੇ ਸਾਹਮਣੇ। ਬਿਲਕੁਲ ਹੈ ਨਾ। ਉਹਦਾ ਨਾ ਬਸ ਨਾਟੋ 'ਚ ਸ਼ਾਮਿਲ ਹੋਣਾ ਹੀ ਜਿਹੜਾ ਜਾਂ ਹਾਲੇ ਹੋਇਆ ਵੀ ਨਹੀਂ, ਉਹ ਮਤਲਬ ਹਾਲੇ ਇਦਾਂ ਦੀ ਵਿਚਾਰ ਚਰਚਾ ਚੱਲਦੀ ਸੀ, ਤੇ ਰੂਸ ਨੂੰ ਆਪਣਾ ਪਾਲਾ ਪੈ ਗਿਆ, ਔਰ ਉਹ ਇੱਕ ਬਹਾਨਾ ਬਣਾ ਕੇ ਮੁਲਕ ਨੂੰ ਦੱਬਣ ਦੀ ਕੋਸ਼ਿਸ਼ ਇਸ ਵੇਲੇ ਕੀਤੀ ਜਾ ਰਹੀ ਹੈ, ਹੈ ਨਾ। ਦੱਬੇ ਹੀ ਲਿਆ, ਅੱਧਿਓਂ ਵੱਧ ਮੁਲਕ ਦੱਬਿਆ ਹੋਇਆ ਰੂਸ ਤੇ, ਵਰਸ਼ਾ ਕਰਦੀ ਆ ਨਾ ਇਹ। ਪਰ ਇੱਕ ਗੱਲ ਆ ਵੀ ਉਸ ਬੰਦੇ ਨੇ ਸਾਰੀ ਦੁਨੀਆ ਨੂੰ ਜਗਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਦੇਖੋ ਜ਼ੈਲੈਂਸਕੀ ਆਪਣੇ ਦੇਸ਼ ਪ੍ਰਤੀ ਕਿੰਨਾ ਵਫਾਦਾਰ ਆ, ਔਰ ਲੋਕਾਂ ਦਾ ਹੌਸਲਾ, ਫੌਜਾਂ ਦਾ ਹੌਸਲਾ ਵਧਾ ਰਿਹਾ, ਔਰ ਈਨ ਨਹੀਂ ਮੰਨੀ, ਹੈ ਨਾ। ਦੇਖੋ ਕਿੱਡੀ ਵੱਡੀ ਗੱਲ ਹੈ ਇਹ। ਸੋ ਇਹ ਤੋਂ ਸਾਡੇ ਵੀ ਜਿਹੜੇ ਮੁਲਕ ਦੇ ਰਹਿਨੁਮਾ ਆ, ਹਾਂਜੀ, ਝੰਡਾ ਬਰਦਾਰ ਆ ਦੇਸ਼ ਦੇ, ਜਿਹੜੇ ਸਾਡੇ ਹਾਕਮ ਨੇ, ਉਹਨਾਂ ਨੂੰ ਸਿੱਖਣ ਦੀ ਲੋੜ ਹੈ। ਬਿਲਕੁਲ ਸਿੱਖਣ ਦੀ ਲੋੜ ਆ, ਔਰ ਸਿੱਖਣਾ ਚਾਹੀਦਾ, ਹੈ ਨਾ। ਪਰ ਹੁਣ ਆਪਾਂ ਫਿਰ ਇੱਦਾਂ ਹੈਗੀ ਹੈ ਵੀ ਗੱਲਬਾਤ ਅੱਜ ਤਾਂ ਆਪਾਂ ਬੜੀ ਖੁਸ਼ੀ ਕਰਦੇ ਹਾਂ, ਕਿਉਂਕਿ ਆਪਾਂ ਵਿਆਹ ਤੋਂ ਗੱਲ ਸ਼ੁਰੂ ਕੀਤੀ ਸੀਗੀ। ਬਿਲਕੁਲ। ਤੇ ਵਿਆਹ ਤੋਂ ਗੱਲ ਸ਼ੁਰੂ ਹੋ ਕੇ ਤੇ ਹੁਣ
ਹੁਣ ਦੇਖੋ ਲੱਡੂ ਬਰਫੀਆਂ ਖਾਂਦੇ ਹੋਣਗੇ ਇਸ ਵੇਲੇ, ਬਿਲਕੁਲ ਜੀ ਇਸ ਵੇਲੇ ਜਸ਼ਨ ਮਨਾਏ ਜਾ ਰਹੇ ਹੋਣਗੇ, ਜਸ਼ਨ ਮਨਾਏ ਜਾ ਰਹੇ ਹੋਣਗੇ, ਹੈ ਨਾ। ਸੋ ਪਰ ਹੁਣ ਇੱਕ ਗੱਲ ਆ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਫਰਕ ਪੈ ਜਾਏ। ਮੈਂ ਤੁਹਾਨੂੰ ਦੱਸਦਾ ਵੀ ਬੰਦਾ ਕਹਿੰਦੇ ਵੀ ਡਰਦਾ ਜੀ, ਡਰਦਾ ਕਿਹਨਾਂ ਗੱਲਾਂ ਤੋਂ ਵੀ ਜਦੋਂ ਉਹ ਛੋਟਾ ਹੁੰਦਾ ਸੀਗਾ ਤੇ ਉਸ ਵੇਲੇ ਉਹ ਆਪਣੇ ਮਾਪੇ ਤੋਂ ਡਰਦਾ ਹੁੰਦਾ ਸੀ। ਉਸ ਤੋਂ ਬਾਅਦ ਵਿੱਚ ਜਦੋਂ ਅਧਿਆਪਕਾਂ ਤੋਂ ਡਰਨ ਲੱਗ ਪਿਆ, ਉਸ ਤੋਂ ਬਾਅਦ ਵਿੱਚ ਫਿਰ ਉਹਨੂੰ ਮਿਲ ਗਈ ਨੌਕਰੀ, ਫਿਰ ਵੱਡੇ ਅਫਸਰਾਂ ਤੋਂ ਡਰਿਆ, ਹਨਾ, ਆਪਣੇ ਬੌਸਿਸ ਤੋਂ ਡਰਨ ਲੱਗ ਪਿਆ, ਹਨਾ। ਪਰ ਇੱਥੇ ਮੈਂ ਇੱਕ ਗੱਲ ਨਹੀਂ ਮਤਲਬ ਕਰ ਸਕਦਾ, ਡਰਦਾ ਹੋਰ ਵੀ ਹੁੰਦਾ ਬੰਦਾ, ਜਨਾਨੀ ਤੋਂ ਵੀ ਡਰਦਾ, ਕਹਿਣ 'ਚ ਕੋਈ ਹਰਜ ਨਹੀਂ, ਕੋਈ ਹਰਜ ਨਹੀਂ। ਹਾਂਜੀ, ਤੇ ਸਤੀ ਸਾਹਿਬ ਇੱਕ ਬੰਦਾ ਸੀਗਾ, ਇੱਕ ਰਾਜਾ ਸੀ। ਇਹ ਤਾਂ ਘਰ ਘਰ ਦੀ ਹਾਲਤ ਆ ਭਾਈ, ਹਾਲਤ। ਹਾਂਜੀ, ਇੱਕ ਰਾਜਾ ਕੋਈ ਦੱਸੇ ਨਾ ਦੱਸੇ ਇਹ ਦੁੱਖ ਸਾਰੇ ਹੀ ਚੱਲਦੇ ਆ, ਬਹੁਤੇ ਚੱਲਦੇ ਆ ਕਹਿ ਲਓ। ਪਰ ਮੈਂ ਹੁਣ ਇਸ ਗੱਲ ਨੂੰ ਇੱਥੇ ਤਾਂ ਕਰਕੇ ਕਰ ਰਿਹਾ ਵੀ ਭਗਵੰਤ ਮਾਨ ਸਾਹਿਬ ਹੁਣੀ ਗਾਂ ਧਿਆਨ ਰੱਖਣਗੇ ਜੀ। ਇੱਕ ਸੀਗਾ ਰਾਜਾ ਕਿਸੇ ਰਾਜ ਦਾ, ਤੇ ਉਹਨੇ ਕੀ ਕੀਤਾ, ਉਹਨੇ ਐਲਾਨ ਕਰ ਦਿੱਤਾ, ਕਹਿੰਦਾ ਵੀ ਮੈਂ ਚੈੱਕ ਤਾਂ ਕਰਾਂ ਇੱਕ ਵਾਰੀ ਵੀ ਮੇਰੇ ਮੁਲਕ ਦੇ ਵਿੱਚ, ਮੇਰੇ ਰਾਜ ਦੇ ਵਿੱਚ ਕਿੰਨੇ ਬੰਦੇ ਆ ਜਿਹੜੇ ਘਰ ਦੇ ਵਿੱਚ ਘਰ ਵਾਲੀ ਦੇ ਥੱਲੇ ਲੱਗੇ ਆ ਜੀ, ਕਿੰਨੇ ਬੰਦੇ ਹੈਗੇ ਆ ਜਿਹੜੇ ਆਪਣੇ ਆਪ ਨੂੰ ਬੰਦਾ ਸਮਝਦੇ, ਭਾਈ ਹਾਂ ਵੀ ਮੇਰੀ ਟੌਰ ਹੈ, ਮੇਰੀ ਚੱਲਦੀ ਹੈ ਘਰ ਦੇ ਵਿੱਚ ਜੀ। ਲਓ ਜੀ, ਉਹਨੇ ਜਦੋਂ ਢਿੰਡੋਰਾ ਪਟਵਾ ਦਿੱਤਾ ਤੇ ਉਸ ਤੋਂ ਬਾਅਦ ਵਿੱਚ ਕਹਿੰਦਾ ਵੀ ਇਦਾਂ ਵੀ ਜਿਹੜਾ ਤਾਂ ਬੰਦਾ ਘਰ ਵਾਲੀ ਦੇ ਥੱਲੇ ਲੱਗਿਆ ਉਹ ਆ ਕੇ ਸੇਬ ਲੈ ਜਾ, ਸੇਬ ਇਨਾਮ ਰੱਖਿਆ ਹੋਇਆ ਸੀਗਾ, ਤੇ ਜਿਹੜਾ ਜਿਹਦੀ ਚੱਲਦੀ ਹੈ ਘਰ ਦੇ ਵਿੱਚ ਉਹਦੇ ਵਾਸਤੇ ਘੋੜਾ ਭਾਈ ਆਵੇ, ਘੋੜਾ ਲੈ ਜਾ ਜੀ। ਹੁਣ ਜਿਹੜਾ ਆਵੇ, ਇਮਾਨਦਾਰ ਸੀ ਉਸ ਵੇਲੇ ਬੰਦੇ, ਜਿਹੜਾ ਆਵੇ ਸੇਬ ਲੈ ਕੇ ਚੱਲ ਜਾ ਕਰੇ, ਜਿਹੜਾ ਆਵੇ ਸੇਬ ਲੈ ਕੇ ਚਲੇ ਜਾ ਕਰੇ। ਰਾਜਾ ਬੜਾ ਪਰੇਸ਼ਾਨ, ਰਾਜਾ ਕਹਿੰਦਾ ਵੀ ਸਾਰੇ ਸੇਬ ਵਾਲੀ ਹੈ, ਇਹਦਾ ਮਤਲਬ ਘਰ ਵਾਲੀਆਂ ਦੇ ਥੱਲੇ ਲੱਗੇ ਆ ਜੀ, ਹੈ ਜੀ। ਤੇ ਇੱਕ ਫਿਰ ਨਾ ਜਨਾਨੀ ਸੀਗੀ, ਉਹਨੇ ਆਪਣੇ ਘਰ ਵਾਲੇ ਨੂੰ ਕਿਹਾ, ਉਹ ਕਹਿੰਦੀ ਵੀ ਦੇਖ ਭਾਈ ਗੱਲ ਇਦਾਂ ਹੈਗੀ ਆ, ਮੇਰੇ ਸਿਰ ਦੀਆਂ ਸਾਈਆਂ ਵੀ ਤੂੰ ਜਾ ਕੇ ਰਾਜੇ ਕੋਲ ਬੋਲ ਝੂਠ ਹੈ, ਆਪਾਂ ਸੇਬ ਦਾ ਕੀ ਕਰਨਾ, ਤੂੰ ਉਦੋਂ ਜਾ ਕੇ ਕਹਿ ਦੇ, ਤੂੰ ਕਹਿ ਵੀ ਘੋੜਾ ਚਾਹੀਦਾ, ਮੇਰੀ ਚੱਲਦੀ ਆ ਭਾਈ, ਹਾਂ ਬਿਲਕੁਲ ਜੀ। ਤੇ ਉਹਨੇ ਕੀ ਕੀਤਾ, ਉਹ ਕਹਿੰਦਾ ਇਹ ਕਿਹੜੀ ਗੱਲ ਆ, ਹੁਣੇ ਜਾ ਕੇ ਮੈਂ ਕਹਿ ਦੇਣਾ। ਕਹਿੰਦਾ ਰਾਜਾ ਸਾਹਿਬ ਮੈਂ ਆ ਗਿਆ, ਮੇਰੀ ਚੱਲਦੀ ਆ ਘਰ ਦੇ ਵਿੱਚ, ਮੈਨੂੰ ਦਿਓ ਘੋੜਾ। ਰਾਜਾ ਕਹਿੰਦਾ ਵੈਰੀ ਗੁੱਡ, ਆ ਕਾਲਾ ਘੋੜਾ ਅੰਦਰ ਬੰਨਿਆ ਭਾਈ, ਇਹਨੂੰ ਕੱਢ ਕੇ ਤਾਂ ਬਾਹਰ ਫੜਾ ਦਿਓ, ਹੈ ਨਾ ਜੀ। ਕਹਿੰਦਾ ਨਹੀਂ ਨਹੀਂ ਰਾਜਾ ਜੀ ਗਲਤ ਗੱਲ ਆ, ਮੈਨੂੰ ਚਿੱਟਾ ਘੋੜਾ ਦਿਓ ਜੀ। ਰਾਜਾ ਕਹਿੰਦਾ ਚਿੱਟਾ ਕਿਉਂ? ਕਹਿੰਦਾ ਜੀ ਮੇਰੀ ਘਰ ਵਾਲੀ ਨੇ ਕਿਹਾ ਸੀਗਾ ਸਵਾਰੀ ਕਰਨੀ, ਹੈ ਨਾ, ਘਰ ਵਾਲੀ ਨੇ ਕਿਹਾ ਸੀਗਾ ਚਿੱਟਾ ਲੈ ਕੇ ਜੀ ਜੀ ਜੀ। ਉਹ ਕਹਿੰਦਾ ਇਹਨੂੰ ਫੜੋ, ਇਹਦੇ ਕੰਨ ਦੇ ਉੱਤੇ 2 ਧਰੋ, ਤੇ ਇਹ ਤਾਂ ਬੋਲਦਾ ਝੂਠ, ਇਹਨੂੰ ਨਾਲੇ ਦਿਓ ਸੇਬ, ਨਾਲੇ ਦੇ 2 ਚਪੇੜਾਂ ਲਾਓ ਜੀ। ਉਹ ਤੋਂ ਬਾਅਦ ਵਿੱਚ ਰਾਜਾ ਫੇਰ ਪਰੇਸ਼ਾਨ ਜੀ, ਬੜਾ ਉਦਾਸ, ਵੀ ਕੋਈ ਮਿਲਦਾ ਹੀ ਨਹੀਂ ਜਿਹੜੀ ਘਰ ਚ ਚੱਲਦੀ ਹੋਵੇ, ਮੇਰੇ ਰਾਜ ਦੇ ਵਿੱਚ ਉਹ ਘਰ ਵਾਲੇ ਦੀ ਚੱਲਦੀ ਕਿਤੇ ਨਹੀਂ ਜੀ। ਤੇ ਪਰੇਸ਼ਾਨ ਹੋਏ ਤੇ ਫਿਰ ਹੁਣ ਰਾਤ ਦੇ ਵੱਜ ਗਏ ਜੀ 11 ਜੀ। ਜਦੋਂ ਰਾਤ ਦੇ ਵੱਜੇ 11 ਤੇ ਰਾਜਾ ਫੇਰ ਪਰੇਸ਼ਾਨ ਉਦਾਸ ਬੈਠਾ ਤੇ ਸੋਚੀ ਜਾਵੇ ਤਦ ਨੂੰ ਇੱਕ ਮੰਤਰੀ ਨੇ ਆ ਕੇ ਕੁੰਡਾ ਖੜਕਾਤਾ। ਰਾਜੇ ਨੇ ਖੋਲਿਆ ਬੂਹਾ ਖੋਲ ਕੇ ਕਹਿੰਦਾ ਵੀ ਹਾਂ ਵੀ ਕੀ ਗੱਲ ਹੈ ਮੰਤਰੀ, ਤੂੰ ਇਸ ਵੇਲੇ ਆਇਆ? ਕਹਿੰਦਾ ਰਾਜਾ ਜੀ ਤੁਸੀਂ ਕਹਿ ਰਸਾਈ ਨਾ ਇਹ ਕੀ ਕੀਤਾ ਕਿ ਤੁਸੀਂ ਉਹ ਸੇਬ ਇਨਾਮ ਦਾ ਰੱਖ ਦਿੱਤਾ, ਤੁਸੀਂ ਦਾਣਿਆਂ ਦੀ ਬੋਰੀ ਰੱਖ ਦਿੰਦੇ, ਕਿਸੇ ਨਾ ਕਿਸੇ ਦੇ ਢਿੱਡ ਦੇ ਵਿੱਚ ਪੈਂਦਾ ਕੋ ਦਾਣਾ, 4 ਦਿਨ ਚੱਲਦਾ। ਤੇ ਰਾਜਾ ਕਹਿੰਦਾ ਯਾਰ ਗੱਲ ਤਾਂ ਤੇਰੀ ਸਹੀ ਆ, ਮੈਂ ਰੱਖਣੀ ਤਾਂ ਬੋਰੀ ਚਾਹੁੰਦਾ ਸੀ, ਪਰ ਮੇਰੀ ਘਰ ਵਾਲੀ ਕਹਿੰਦੀ ਵੀ ਰੱਖਣਾ ਸੇਬ ਹੀ ਆ। ਕਹਿੰਦਾ ਫੇਰ ਮੰਤਰੀ ਕਹਿੰਦਾ ਫੇਰ ਰਾਜਾ ਜੀ ਤੁਹਾਡਾ ਸੇਬ ਕੱਟ ਕੇ ਲੈ ਆਵਾਂ ਜੀ। ਤੇ ਉਹ ਤਾਂ ਚਲੋ ਗੱਲ ਜਿਹੜੀ ਹੈਗੀ ਹੈ ਗਾਈਏ ਨਿਬੜ ਗਈ, ਹੈ ਨਾ। ਰਾਜਾ ਫੇਰ ਸੋਚੀ ਪੈ ਗਿਆ। ਉਹ ਰਾਜਾ ਕਹਿੰਦਾ ਮੰਤਰੀਓ ਰਾਤ ਦੇ 11 ਵਜੇ ਆ ਵੀ ਤੂੰ ਇਸ ਵੇਲੇ ਦੌੜਾ ਆਇਆ, ਇਸ ਵੇਲੇ ਦੌੜਾ ਆਇਆ ਤਾਂ ਤੂੰ ਇਹ ਗੱਲ ਜਿਹੜੀ ਹੈਗੀ ਹੈ ਕੱਲ ਨੂੰ ਪੁੱਛ ਲੈਂਦਾ ਜੀ। ਕਹਿੰਦਾ ਜੀ ਮੇਰੀ ਘਰ ਵਾਲੀ ਕਹਿੰਦੀ ਜੋ ਮਰਜ਼ੀ ਹੋ ਜਾਏ, ਹੁਣੇ ਪੁੱਛ ਗਿਆ ਰਾਜੇ ਕੋਲੋਂ। ਕਹਿੰਦਾ ਫੇਰ ਏਦਾਂ ਕਰ 2 ਸੇਬ ਕੱਟ, ਆਪਾਂ ਲੂਣ ਲਾ ਕੇ ਦੋਨੇ ਖਾਂਦੇ ਆ। ਗੱਲ ਕੁਛ ਨਹੀਂ ਹੈਗੀ ਜੀ। ਜੇ ਆਪਾਂ ਕਿਸੇ ਚੀਜ਼ ਦੇ ਵਿੱਚੋਂ ਮਿਠਾਸ ਕੱਢਣੀ ਹੈ ਨਾ, ਆਪਾਂ ਕੱਢ ਸਕਦੇ ਹਾਂ। ਬਿਲਕੁਲ ਇਹ ਰਿਸ਼ਤੇ ਇਹੋ ਜਿਹੇ ਹੁੰਦੇ। ਅਸੀਂ ਹੁਣ ਰੇੜੀ ਤੋਂ ਨਾ ਜਾ ਕੇ ਤੇ ਕਹਿੰਦੇ ਆ ਵੀ ਸੇਬ ਆਹ ਮਿੱਠੇ ਆ, ਕਹਿੰਦਾ ਹਾਂਜੀ ਮਿੱਠੇ ਆ, ਘਰ ਜਾ ਕੇ ਲੂਣ ਲਾ ਕੇ ਖਾਂਦੇ ਆ, ਹੈ ਨਾ। ਗੱਲ ਉਹੀ ਆ ਵੀ ਸਾਡੇ ਭਗਵੰਤ ਮਾਨ ਸਾਹਿਬ ਜਿਹੜੇ CM ਸਾਹਿਬ ਨੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਊਣਤਾਈਆਂ ਆਈਆਂ, ਉਤਰਾ ਚੜਾ ਆਏ ਆ। ਜ਼ਿੰਦਗੀ ਹਰ ਬੰਦੇ ਦੀ ਜ਼ਿੰਦਗੀ ਚ ਜਲੇਬੀ ਦੇ ਵਾਂਗੂ ਜਿਹੜੀ ਹੈਗੀ ਟੇਢੀ ਮੇਢੀ ਹੋਈ ਵੀ ਆ, ਪਰ ਉਹਨਾਂ ਨੇ ਉਹਦੇ ਵਿੱਚੋਂ ਰਸ ਨਹੀਂ ਜਾਣ ਦਿੱਤਾ, ਮਿੱਠਤ ਨਹੀਂ ਜਾਣ ਦਿੱਤੀ, ਮਿਠਾਸ ਨਹੀਂ ਜਾਣ ਦਿੱਤੀ, ਪਰ ਵਿਰੋਧੀਆਂ ਨੂੰ ਪੜ੍ਹਨੇ ਪਾਈ ਰੱਖਿਆ। ਹੁਣ ਤੁਸੀਂ ਸੰਸਦ ਦੀ ਗੱਲ ਕਰੋ, ਜਦੋਂ ਆਪਾਂ ਹੁਣ ਕਰਨ ਬੈਠ ਹੀ ਗਏ ਆ, ਜਿਹੜੇ ਨਵੇਂ ਬਣੇ ਮੰਤਰੀ ਆ ਅਨਮੋਲ ਗਗਨ ਮਾਨ ਜੀ, ਜੇ ਮੈਂ ਗੱਲ ਕਰਾਂ ਤੇ ਨਵੇਂ ਚਿਹਰਿਆਂ ਦੇ ਵਿੱਚ ਬੜਾ ਵੱਡਾ ਇੱਕ ਚਿਹਰਾ ਆ, ਹੈ ਨਾ। ਤੇ ਹਰਜੋਤ ਬੈਂਸ ਉਹਨਾਂ ਨੂੰ ਵੀ ਇੱਕ ਅਲੱਗ ਤੋਂ ਡਿਪਾਰਟਮੈਂਟ ਦੇ ਦਿੱਤਾ ਉਹ। ਤੇ ਇਹ ਜਿਹੜੀਆਂ ਹੁਣ ਕਾਰਵਾਈਆਂ ਕਰ ਰਹੇ ਆ, ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਆਪਣੀ ਸਥਿਰਤਾ ਕਾਇਮ ਰੱਖ ਸਕੂਗੀ ਇਹਨਾਂ ਚੀਜ਼ਾਂ ਦੇ ਨਾਲ? ਦੇਖੋ ਇਹ ਸਾਰੀਆਂ ਗੱਲਾਂ ਹਲੇ ਨਾ ਭਵਿੱਖ ਦੀਆਂ ਨੇ, ਭਵਿੱਖ ਦੇ ਗਰਭ 'ਚ ਨੇ ਜੀ। ਇਹਨਾਂ ਬਾਰੇ
ਇੰਨੀ ਛੇਤੀ ਤਾਂ ਕੁਝ ਜਿਹੜੀ ਆ ਨਾ ਟਿੱਪਣੀ ਕਰਨੀ ਜਲਦਬਾਜ਼ੀ ਹੋਊਗੀ ਜੀ। ਦੂਸਰਾ ਇਹ ਆ ਭਈ ਜਿਹੜੀ ਬੀਬੀ ਇੱਕ ਰਹਿ ਗਈ ਆ ਮੰਤਰੀ ਬਣਨ ਤੋਂ, ਹਾਂਜੀ, ਪ੍ਰੋਫੈਸਰ ਬਲਜਿੰਦਰ ਕੌਰ। ਜੀ ਜੀ। ਕੱਲ ਉਹਨੂੰ ਕੋਈ ਐਂਕਰ ਪੁੱਛਦਾ ਵੀ ਭਾਈ ਤੁਸੀਂ ਪਹਿਲਾਂ ਕੁਝ ਬੋਲੇ ਸੀ। ਅੱਛਾ ਜੀ। ਉਹ ਕਹਿੰਦੇ ਦੇਖੋ ਭਾਈ ਵੀ ਅਸੀਂ ਜਿਹੜਾ ਆ ਸਾਡੀ ਇਕਜੁੱਟਾ ਪਾਰਟੀ, ਇਦਾਂ ਦੀ ਕੋਈ ਗੱਲ ਨਹੀਂ। ਜੋ ਪਾਰਟੀ ਨੂੰ ਬਿਹਤਰ ਲੱਗਿਆ ਉਹ ਉਹਨਾਂ ਨੇ ਕੀਤਾ ਜੀ। ਜਿਹੜੀ ਮੈਂ ਕੋਈ ਉਦੋਂ ਸੋਸ਼ਲ ਮੀਡੀਆ ਤੇ ਟਿੱਪਣੀ ਕੀਤੀ ਸੀ ਉਹ ਮਤਲਬ ਇਦਾਂ ਮੈਂ ਕੁਝ ਕਹਿੰਦੀ ਰਹਿੰਦੀ ਆ, ਕੁਝ ਸੁਣਦੀ ਰਹਿੰਦੀ, ਕੁਝ ਸਿੱਖਦੀ ਰਹਿੰਦੀ ਆ। ਜੀ ਜੀ। ਤੇ ਉਹ ਕਹਿੰਦੇ ਵੀ ਮੈਨੂੰ ਕੋਈ, ਉਹ ਕਹਿੰਦੇ ਤੁਹਾਨੂੰ ਕੋਈ ਇਤਰਾਜ਼ ਜਾਂ ਤੁਸੀਂ ਕੁਝ ਕਹਿਣਾ ਚਾਹੋ, ਐਂਕਰ ਇਦਾਂ ਦੀ ਗੱਲ ਕਹਾਉਣੀ ਚਾਹੁੰਦਾ ਸੀਗਾ। ਜੀ ਜੀ। ਤੇ ਬੀਬੀ ਗਗਨ ਮਾਨ ਬਾਰੇ ਖਾਸ ਕਰਕੇ ਗੱਲਾਂ ਹੋ ਰਹੀਆਂ ਵੀ ਉਹ ਕਾਬਲ ਹੈ ਜਾਂ ਨਹੀਂ ਹੈ, ਜਾਂ ਕਿੱਦਾਂ ਨਹੀਂ ਹੈਗਾ। ਦੂਜੀ ਗੱਲ ਇਹ ਆ ਵੀ ਅੱਜ ਹੀ ਕੋਈ ਕਹਿ ਰਿਹਾ ਸੀਗਾ ਵੀ ਐਮਐਲਏਆਂ ਨੂੰ ਆਪਣੀਆਂ ਪਾਵਰਾਂ ਦਾ ਹੀ ਨਹੀਂ ਪਤਾ। ਹਾਂ। ਜਿਹਨੇ ਸਿਵਿਕਸ ਪੜ੍ਹੀ ਹੋਊਗੀ 11ਵੀਂ 12ਵੀਂ ਚ 10ਵੀਂ ਤੱਕ, ਜੀ, ਸਮਾਜ ਸ਼ਾਸਤਰ ਪੜ੍ਹਿਆ ਹੋਊਗਾ, ਜਿਹਨੇ ਕੋਈ BA MA ਕੀਤੀ ਆ, ਪੋਲੀਟੀਕਲ ਸਾਇੰਸ ਪੜ੍ਹੀ ਹੋਊਗੀ, ਉਹਨੂੰ ਤਾਂ ਪਤਾ ਹੋਊ ਵੀ ਸੰਵਿਧਾਨ ਕੀ ਹੁੰਦਾ, ਐਮਐਲਏ ਦੀਆਂ ਪਾਵਰਾਂ ਕੀ ਆ, ਐਮਐਲਏ ਕਿਵੇਂ ਚੁਣਿਆ ਜਾਂਦਾ, ਚੁਣੇ ਤਾਂ ਗਏ, ਉਸ ਤੋਂ ਬਾਅਦ ਅਧਿਕਾਰ ਕੀ ਆ, ਤੁਸੀਂ ਕਰ ਕੀ ਸਕਦੇ ਹੋ। ਹਾਂਜੀ। ਤਾਂ ਜੇ ਤੁਸੀਂ ਸਿਰਫ ਗੂਠਾ ਛਾਪ ਮੰਤਰੀ ਬਣਾਉਂਦੇ ਆ ਜੀ, ਤੇ ਜਾਂ ਮਤਲਬ ਉੱਪਰੋਂ ਜੋ ਹੁਕਮ ਆਏ ਆ ਵੀ ਤੁਸੀਂ ਮੰਤਰੀ ਦਾ ਬਣਾਤੇ ਗਏ ਆ ਵੀ ਤੁਸੀਂ ਫਾਈਲ ਤੇ ਜਿਹੜੇ ਦਸਖਤ ਆ ਉਹ ਆਪਣੇ ਉੱਪਰਲਿਆਂ ਨੂੰ ਪੁੱਛ ਕੇ ਕਰਨੇ ਆ। ਅੱਛਾ, ਇੱਕ ਗੱਲ ਹੋਰ ਇਹ ਮੈਨੂੰ ਐਂ ਲੱਗਦਾ ਵੀ ਫੇਰ ਆਰਾਮ ਰੌਲਾ ਪੈ ਜਾਂਦਾ ਹੁੰਦਾ ਹੈ। ਇਹ ਪਤਾ ਕੀ ਗੱਲ ਹੈ ਜੀ, ਇੱਕ ਨਾ ਮੈਂ ਉੜਦੀ ਗੱਲ ਇਹ ਵੀ ਸੁਣੀ ਸੀਗੀ, ਕਹਿੰਦੇ ਕਿ ਪਹਿਲਾਂ ਨਾ ਮੀਤ ਹੇਅਰ ਸੰਗਰੂਰ ਹਲਕੇ ਦੇ ਲਾਗੇ ਲੱਗੇ ਨਾ ਜੀ, ਤੇ ਵਿਦਿਆ ਮੰਤਰੀ ਬਣ ਗਏ ਹੈ ਨਾ ਜੀ, ਸਿੱਖਿਆ ਮੰਤਰੀ ਬਣਾ ਦਿੱਤਾ। ਪਰ ਹੁਣ ਜਿਹੜਾ ਹੈਗਾ ਨਾ ਉਹ ਡਿਪਾਰਟਮੈਂਟ ਤੇ ਉਹ ਹਰਜੋਤ ਬੈਂਸ ਦੇ ਹਵਾਲੇ ਕਰ ਦਿੱਤਾ। ਇਹ ਕਿੱਥੇ ਉਹ ਸੰਗਰੂਰ ਤੇ ਕਿੱਥੇ ਆਨੰਦਪੁਰ ਸਾਹਿਬ। ਕਹਿੰਦੇ ਆ ਵੀ ਹੁਣ ਭਗਵੰਤ ਮਾਨ ਹੁਣਾਂ ਦਾ ਹੋ ਗਿਆ ਵਿਆਹ ਭਾਈ, ਉਹ 4 ਦਿਨ ਰਹਿਣਾ ਚਾਹੁੰਦੇ ਆ ਵੀ ਅਸੀਂ ਤਸੱਲੀ ਨਾਲ ਲੈ ਲਈਏ। ਹਾਂ, ਕਿਉਂਕਿ ਮਹਿਕਮਾ ਜਿਹੜਾ ਨਾ ਇਹ ਮਹਿਕਮਾ ਇਦਾਂ ਦਾ ਆ ਭਈ ਰੌਲਾ ਰੱਪਾ ਪੈਂਦਾ ਹੀ ਰਹਿੰਦਾ। ਹਾਂਜੀ, ਵੀ ਹੁਣ ਜਿੰਨੇ ਵੀ ਮਾਸਟਰ ਹੈਗੇ ਆ, ਮਾਸਟਰਨੀਆਂ ਹੈਗੀਆਂ, ਉਹ ਆਨੰਦਪੁਰ ਸਾਹਿਬ ਜਾਣ, ਆਨੰਦਪੁਰ ਸਾਹਿਬ ਚਲੇ ਜਾਣ, ਨਾਲੇ ਗੁਰੂ ਘਰ ਮੱਥਾ ਟੇਕਣ ਤੇ ਨਾਲੇ ਆਪਣੇ ਵਿਰੋਧ ਕਰਨ, ਤਾਂ ਉਹਨਾਂ ਦਾ ਘਰ ਘੇਰਨ, ਹੈ ਨਾ। ਬਿਲਕੁਲ, ਇਹ ਗੱਲ ਠੀਕ ਆ। ਇਹ ਸਟ੍ਰੈਟਜੀ ਦੇ ਨਾਲ ਜਿਹੜੀ ਸਰਕਾਰ ਚੱਲ ਰਹੀ ਆ ਜੀ, ਕੀ ਤੁਹਾਨੂੰ ਲੱਗਦਾ ਵੀ ਹੁਣ ਇਹ ਵੀ ਸਫਲ ਹੋ ਜਾਊ? ਇਹ ਸਫਲ ਹੋਣ ਵਾਲੀਆਂ ਮਤਲਬ ਚਾਲੇ ਨਹੀਂ ਲੱਗਦੇ ਹੈਗੇ, ਮੈਂ ਕਹਾਂਗਾ। ਹਾਂਜੀ। ਤੇ ਸਰਕਾਰ ਕੇਸ ਆਧਾਰ ਤੇ ਬਦਲਦੀ ਆ ਕਿਸੇ ਦਾ ਮਹਿਕਮਾ। ਮੀਤ ਹੇਅਰ ਹੁਣੀ ਵਧੀਆ ਬੋਲਦੇ ਆ, ਤੁਸੀਂ ਦੇਖੋ ਵਿਧਾਨ ਸਭਾ ਦੇ ਵਿੱਚ ਵੀ ਗੱਜ ਵੱਜ ਕੇ ਗੱਲ ਕਰਦੇ ਆ ਜੀ, ਔਰ ਬਹੁਤ ਸਾਰੇ ਜਿਹੜੇ ਕਈ ਮਸਲੇ ਆ ਟੈਕਲ ਕਰਦੇ ਆ ਉਹ ਅਧਿਆਪਕਾਂ ਦੇ ਨਾਲ, ਉਹਨਾਂ ਦੀ ਗੱਲਬਾਤ ਵੀ ਮੈਂ ਦੇਖਦਾ ਚੰਗੇ ਢੰਗ ਨਾਲ ਹੁੰਦੀ ਆ। ਤੇ ਦੇਖੋ ਇਹ ਗੱਲਾਂ ਜਿਹੜੀਆਂ ਆ ਨਾ ਬਹੁਤੀਆਂ ਮਾਨਾਈਆਂ ਨਹੀਂ ਚੱਲਦੀਆਂ ਹੁੰਦੀਆਂ ਜੀ, ਤੇ ਜੇ ਲੋਕ 92 ਸੀਟਾਂ ਦਵਾ ਸਕਦੇ ਆ ਨਾ ਤੇ ਅਗਲੀ ਵਾਰੀ 0 ਤੇ ਵੀ ਲਿਆ ਸਕਦੇ, 0 ਤੋਂ ਵੀ ਲਿਆ ਸਕਦੇ। ਬਿਲਕੁਲ ਜੀ। ਮੀਤ ਹੇਅਰ ਉਹਨਾਂ ਦੀ ਸਪੀਚ ਆਪਾਂ ਜ਼ਰੂਰ ਸੁਣ ਲਈ ਆ। ਉਹਨਾਂ ਨੇ ਪੰਜਾਬ ਦੇ ਵਿੱਚ ਹੀ ਰਹਿ ਕੇ, ਹਾਂਜੀ, ਪੰਜਾਬ ਦੀ ਵਿਧਾਨ ਸਭਾ ਦੇ ਵਿੱਚ, ਪੰਜਾਬ ਦੀ ਸੰਸਦ ਦੇ ਵਿੱਚ ਬੜੇ ਵੱਡੇ ਬਿਆਨ ਦੇ ਦਿੱਤੇ ਵੀ ਸਾਡੀ ਪੰਜਾਬ ਯੂਨੀਵਰਸਿਟੀ ਹੈਗੀ ਆ। ਸੋ ਇਹ ਸੁਣਨ ਨੂੰ ਬਹੁਤ ਸੋਹਣੇ ਲੱਗਦੇ ਆ। ਪਰ ਕਿਤੇ ਨਾ ਕਿਤੇ ਜਦੋਂ ਹੁਣ ਜਿਹੜੀ ਜਾਂਚ ਇਹ ਕਰਵਾ ਰਹੀ ਹੈ ਸਰਕਾਰ, ਇਹਨਾਂ ਦੀ ਜਾਂਚ ਜਦੋਂ ਨਵੀਂ ਆਈ ਸਰਕਾਰ ਨੇ ਕਿਤੇ ਕਰਵਾ ਦਿੱਤੀ ਵੀ ਭਾਈ ਆਪਣੇ ਸਾਕ ਸੰਬੰਧੀਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਕਿਸ ਤਰੀਕੇ ਦੇ ਨਾਲ ਤਰਸ ਦੇ ਆਧਾਰ ਦੇ ਉੱਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ, ਔਰ ਹੁਣ ਤੱਕ ਕਾਫੀ ਸਾਰੀਆਂ ਨੌਕਰੀਆਂ ਸਿਰਫ ਔਰ ਸਿਰਫ ਤਰਸ ਦੇ ਆਧਾਰ ਦੇ ਉੱਤੇ, ਉਹੀ ਤੁਹਾਡੇ ਵਾਲੀ ਗੱਲ ਬਿਲਕੁਲ ਉਹ ਬਾਦਸਤੂਰ ਜਿਹੜੀ ਹੈਗੀ ਹੈ ਨਾ ਉਹ ਦਰੁਸਤ ਜਾਪ ਰਹੀ ਆ ਵੀ ਅੰਨਾ ਵੰਡੇ ਸੀਰ ਦੀ ਮੁੜ ਆਪਣਿਆਂ ਨੂੰ, ਹਨਾ। ਤੇ ਉਹ ਜਿਹੜੀ ਚੀਜ਼ ਹੈਗੀ ਆ ਉਹ ਹੁਣ ਇਸ ਸਰਕਾਰ ਦੇ ਵਿੱਚ ਹੋ ਰਹੀ ਆ। ਸੋ ਸਰਕਾਰ ਨੂੰ ਜ਼ਿੰਮੇਵਾਰ ਬਣਨਾ ਚਾਹੀਦਾ, ਤੇ ਆਪਣੀ ਵੀ ਜ਼ਿੰਮੇਵਾਰੀ ਹੁਣ ਇਹ ਬਣਦੀ ਆ ਵੀ ਆਪਾਂ ਥੋੜਾ ਜਿਹਾ ਸਮਾਂ ਵੀ ਦੇਖ ਲੈਣਾ ਜੀ। ਤੇ ਸਮਾਂ ਮੈਨੂੰ ਲੱਗਦਾ ਹੁਣ ਆਗਿਆ ਲੈਣ ਦਾ ਆ ਗਿਆ, ਦਰਸ਼ਕਾਂ ਤੋਂ ਇਜਾਜ਼ਤ ਲੈਣ ਦਾ ਆ। ਇਹ ਸ਼ੁਕਰ ਹੈ ਵੀ ਤੁਸੀਂ ਵਿੱਚ ਆਗਿਆ ਲੈਣ ਦਾ ਕਹਿਤਾ, ਕਿਤੇ ਇਹ ਨਹੀਂ ਕਹਿਤਾ ਸਮਾਂ ਵੀ ਹੁਣ ਆ ਗਿਆ। ਸੋ ਦੇਖ ਲਓ ਪੰਜਾਬੀ ਕਿੱਦਾਂ ਦੀ ਜ਼ੁਬਾਨ ਹੈ, ਦੋ ਅਰਥ ਨਿਕਲਦੇ ਨੇ, ਉਹ ਦੋ ਅਰਥੀ ਸ਼ਬਦ ਹੁੰਦੇ ਆ। ਖੈਰ, ਜੇ ਉਹਨੂੰ ਥੋੜਾ ਲਮਕਾ ਕੇ ਕਹਾਂਗੇ ਤਾਂ ਉਹ ਆ ਗਿਆ, ਹਾਂਜੀ, ਤੇ ਜੇ ਥੋੜਾ ਰਵਾਨਗੀ 'ਚ ਕਹਾਂਗੇ ਫਿਰ ਆ ਗਿਆ ਜੀ। ਬਿਲਕੁਲ ਜੀ। ਸੋ ਹੁਣ ਸਾਨੂੰ ਆਗਿਆ ਦਿਓ, ਔਰ ਤੁਸੀਂ ਇਸੇ ਤਰ੍ਹਾਂ ਦੇ ਨਾਲ ਦੇਖਦੇ ਰਹੋ ਪੰਜਾਬ ਮਿਲ USA TV। ਮੈਂ ਗਗਨਦੀਪ ਸੌਂਦੀ ਤੇ ਮੇਰੇ ਨਾਲ ਸਰਦਾਰ ਨਰਿੰਦਰ ਸਿੰਘ ਸੱਤੀ ਜੀ, ਜਿਹੜੇ ਕਿ ਖਬਰਾਂ ਦਾ ਵਿਸ਼ਲੇਸ਼ਣ ਕਰ ਰਹੇ ਸਨ ਖਬਰ ਜੰਕਸ਼ਨ ਦੇ ਵਿੱਚ। ਸੋ ਅਸੀਂ ਹੁਣ ਚੱਲਦੇ ਹਾਂ, ਆਪਣਾ ਖਿਆਲ ਰੱਖਿਓ ਜੀ। ਸਤਿ ਸ਼੍ਰੀ ਅਕਾਲ।